कौन होणगे ਜਿਹੜੇ ਲੜਨਾ ਚਾਹਣਗੇ ਉਹ ਆਪਣੀ ਪਾਰਟੀ ਬਣਾਉਣਗੇ। ਪਾਰਟੀ ਬਣਾਉਣ ਦਾ ਤਾਂ ਸਮੇਂ ਬੜਾ ਘੱਟ ਬਚਿਆ ਹੈ। ਜੇ ਬਣਾਉਣਗੇ ਤਾਂ ਅਗਲੇ 1-2 ਦਿਨ ਚ ਅਰਜ਼ੀ ਦੇਣੀ ਪੈਣੀ ਹੈ। ਉਹ ਵੀ ਪਤਾ ਨਹੀਂ ਇੰਨੇ ਦਿਨਾਂ ਚ ਮਨਜ਼ੂਰ ਹੋ ਸਕਦੀ ਹੈ ਕਿ ਨਹੀਂ। ਇਸ ਕਰਕੇ ਗੱਲਬਾਤ ਇਹ ਚੱਲ ਰਹੀ ਹੈ ਕਿ ਸ਼ਾਇਦ ਰਾਜੇਵਾਲ ਸਾਹਿਬ ਕਿਸੇ ਪਾਰਟੀ ਚ ਚਲੇ ਜਾਣ। ਪਾਰਟੀ ਤਾਂ ਇੱਕੋ ਹੀ ਜਿੱਥੇ ਜਾ ਸਕਦੇ ਹੈ। ਉਹ ਵੀ ਗੱਲ ਚੱਲ ਰਹੀ ਹੈ ਕਿ ਸ਼ਾਇਦ ਆਪ ਚ ਨਾ ਚਲੇ ਜਾਣ। ਜੇ ਆਪ ਚ ਜਾਣਗੇ ਫਿਰ ਤਾਂ ਇੱਕ ਤਰ੍ਹਾਂ ਨਾਲ ਬਣੀ ਬਣਾਈ ਉਹਨਾਂ ਨੇ ਘੋੜੀ ਕੇਜਰੀਵਾਲ ਸਾਹਿਬ ਨੇ ਤਿਆਰ ਰੱਖੀ। ਅਬਦੁੱਲਾ ਬਣ ਕੇ ਚੜ ਜਾਓ ਘੋੜੀ ਤੇ, ਲੇਕਿਨ ਤੁਹਾਡੀ ਬਰਾਤ ਜਿਹੜੀ ਤੁਸੀਂ ਇਕੱਠੀ ਕੀਤੀ ਹੋਈ ਹੈ ਉਹਦਾ ਕੀ ਬਣੂਗਾ? ਜਿਹੜਾ ਬੰਦਾ ਜਿਹਨੇ ਇਹ ਅੰਦੋਲਨ 26 ਜਨਵਰੀ ਨੂੰ ਦੁਬਾਰਾ ਜਿਉਂਦਾ ਕੀਤਾ, ਉਦੋਂ ਮਰ ਗਿਆ ਸੀ ਅੰਦੋਲਨ, ਉਹਨੂੰ ਜਿਉਂਦਾ ਕਰਨ ਵਾਲਾ ਤਕੈਤ। ਹੁਣ ਤੁਸੀਂ ਕਿ ਤਕੈਤ ਨੂੰ ਛੱਡ ਕੇ ਆ ਜਾਓਗੇ ਜਾਂ ਉਹਦੀ ਹਾਂ ਛਾਂ ਮਿਲਾਓਗੇ? ਇਸ ਚੀਜ਼ ਤੇ ਇਹਨਾਂ ਨੂੰ ਨਿਰਣੇ ਕਰਨਾ ਪੈਣਾ। ਜਾਂ ਕੁਝ ਆ ਜਾਣਗੇ, ਜੇ ਬਾਕੀਆਂ ਕੁਝ ਆ ਕੇ ਜੇ ਰਾਜਨੀਤੀ ਚ ਆ ਜਾਂਦੇ ਹੈ, 5-6 ਆਵਾਜ਼ਾਂ ਵੀ ਉੱਠ ਪਈਆਂ, ਉਹ ਕਹਿਣ ਕਿ ਨਹੀਂ ਜੀ ਇਹ ਤਾਂ ਬੰਦੇ ਕੁਰਸੀ ਦੇ ਲਾਲਚ ਦੇ ਵਿੱਚ ਵਾਪਸ ਚਲੇ ਗਏ, ਸਾਡੀ ਲੜਾਈ ਬੰਦ ਨਹੀਂ ਹੋਈ, ਗੱਲ ਉੱਥੇ ਹੀ ਮੁੱਕ ਜਾਣੀ ਹੈ। 2 ਪੋਲੀਟੀਸ਼ੀਅਨ ਨੇ ਪੰਜਾਬ ਚ ਜਿਹੜੇ ਆਪਣੇ ਨਾਲ ਅੰਗਰੇਜ਼ੀ ਚ ਕਹਿੰਦੇ ਥਰਡ ਪਰਸਨ ਚ ਗੱਲ ਕਰਦੇ ਹੈ। ਕੇਜਰੀਵਾਲ ਆ ਕਰੂਗਾ, ਉਹ ਕਹਿੰਦੇ ਸਿੱਧੂ ਆ ਕਰੂਗਾ, ਸਿੱਧੂ ਹੀ ਕਹੀ ਜਾਊਗਾ ਸਿੱਧੂ ਆ ਕਰੂਗਾ। ਸੋ ਇਹ ਦੋਨੋਂ ਜਾਣੇ ਆਪਣੀ ਪਰਸਨੈਲਿਟੀ ਕਲਟ ਬਿਲਡ ਕਰਦੇ ਹੈ। ਉਹ ਆਪਣਾ ਹੀ ਨਾਂ ਥਰਡ ਪਰਸਨ ਲੈਂਦੇ, ਤੀਜਾ ਬੰਦਾ ਗੱਲ ਕਰ ਰਿਹਾ ਹੁੰਦਾ। ਕਾਂਗਰਸ ਨਾਲ ਕਿਉਂਕਿ ਉਹਨਾਂ ਨੇ ਉਹਨੂੰ ਬਾਗਡੋਰ ਨਹੀਂ ਫੜਾਈ, ਉਹ ਚਾਹੁੰਦਾ ਸੀ ਪਿਛਲੇ ਦਰਵਾਜ਼ੇ ਚੋਂ ਵੜ ਕੇ ਬਾਗਡੋਰ ਫੜ ਲਾਂ। ਡਰਾਈਵਰ ਆਇਆ, ਥੋੜੀ ਗੱਡੀ ਚਲਾਉਣ, ਉਹ ਕਹਿੰਦਾ ਜੀ ਮੈਂ ਆਪਣੇ ਘਰ ਹੀ ਖੜੀ ਕਰਦਾ ਇਹਨੂੰ ਗੱਡੀ ਨੂੰ, ਤੁਸੀਂ ਤਾਂ ਚਲਾਉਣ ਜਾਣਦੇ ਨਹੀਂ, ਫਿਰ ਜਦ ਤੁਹਾਨੂੰ ਚਾਹੀਦੀ ਹੋਣੀ ਤਾਂ ਮੈਨੂੰ ਫੋਨ ਕਰ ਦਿਆ ਕਰੋ, ਮੈਂ ਆ ਜਾ ਕਰੂੰਗਾ। ਐ ਥੋੜੀ ਗੱਡੀ ਦਿੰਦਾ ਕੋਈ ਆਪਣੀ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਭਾਰਤ ਦੇ ਸਾਬਕਾ ਸਫੀਰ ਸਰਦਾਰ ਕੇਸੀ ਸਿੰਘ। ਸਰਦਾਰ ਸਾਹਿਬ ਜੀ ਆਇਆ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ। ਸਤਿ ਸ਼੍ਰੀ ਅਕਾਲ। ਇੱਕ ਅਰਸੇ ਬਾਅਦ ਮਿਲ ਰਹੇ ਆ। ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਤੇਜ਼ੀ ਨਾਲ ਬਦਲ ਗਿਆ। ਰਾਜਨੀਤਿਕ ਪਾਰਟੀਆਂ ਦੇ ਨਜ਼ਰੀਏ ਤੋਂ ਸੋਚਣਾ ਹੋਵੇ ਤਾਂ ਅੱਜ ਘਟਨਾਵਾਂ ਤੇਜ਼ੀ ਨਾਲ ਵਾਪਰੀਆਂ ਨੇ। ਸੰਸਦ ਦੇ ਵਿੱਚ ਖੇਤੀ ਨਾਲ ਸੰਬੰਧਿਤ ਕਾਨੂੰਨ ਵਾਪਸ ਲੈ ਲਏ ਗਏ ਆ। ਕਿਸਾਨਾਂ 'ਚ ਜਸ਼ਨ ਦਾ ਮਾਹੌਲ ਆ। ਪੰਜਾਬ ਵੱਲ ਪਰਤਣ ਦੀ ਤਿਆਰੀ ਹੋ ਰਹੀ ਆ, ਲੇਕਿਨ ਰਕੇਸ਼ ਟਕੈਤ ਕਹਿ ਰਿਹਾ ਇੱਥੇ ਠਹਿਰੀਏ, MSP ਦੀ ਲੜਾਈ ਲੜੀਏ। ਪੰਜਾਬ ਵਾਲੇ ਪੰਜਾਬ ਦੀ ਲੜਾਈ ਲੜਨ ਨੂੰ ਕਾਲੇ ਨੇ। ਦੂਜੇ ਬੰਨੇ ਇੱਥੋਂ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੁਣ ਆਪਣਾ ਆਧਾਰ ਲਗਭਗ ਗਵਾਉਂਦੀ ਨਜ਼ਰ ਆ ਰਹੀ ਸੀ, ਉਹਨੇ ਪੰਥਕ ਪੱਤਾ ਖੇਡਿਆ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਔਰ ਐਗਜ਼ੈਕਟਿਵ ਬਾਡੀ ਦੀ ਚੋਣ ਦੇ ਵਿੱਚ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਸੰਬੰਧਿਤ ਲੋਕਾਂ ਨੂੰ ਅੱਗੇ ਲਿਆਂਦਾ ਗਿਆ। ਹਰਜਿੰਦਰ ਸਿੰਘ ਧਾਮੀ ਜਿਹੜੇ ਕਦੇ ਸੁਖਦੇਵ ਸਿੰਘ ਭੌਰ ਨਾਲ ਜਥੇਦਾਰ ਟੌੜਾ ਦੇ ਸਾਥੀ ਰਹੇ, ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ। ਔਰ ਕਰਨੈਲ ਸਿੰਘ ਪੰਜੋਲੀ ਜਿਹੜੇ ਫਤਿਹਗੜ੍ਹ ਸਾਹਿਬ ਇਲਾਕੇ ਤੋਂ ਆਉਂਦੇ ਨੇ, ਉਹਨਾਂ ਨੂੰ ਜਨਰਲ ਸਕੱਤਰ ਚੁਣਿਆ ਗਿਆ। ਔਰ ਇਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਹਰਿਆਣੇ ਦੇ ਮੁੱਖ ਮੰਤਰੀ ਨੂੰ ਮਿਲਦੇ ਨੇ। ਨਾਲ ਦੀ ਨਾਲ ਉਹ ਕਹਿੰਦੇ ਨੇ ਕਿ ਹੁਣ ਭਾਜਪਾ ਨਾਲ ਗੱਲ ਕਰਨ ਦਾ ਸਮਾਂ ਆ ਗਿਆ, ਕਿਉਂਕਿ ਕਾਨੂੰਨ ਵਾਪਸ ਹੋ ਗਿਆ। ਉਹ ਕਿਸਾਨਾਂ ਤੇ ਹੋਏ ਪਰਚਿਆਂ ਨੂੰ ਵਾਪਸ ਕਰਾਉਣ ਦੀ ਗੱਲ ਵੀ ਕਰਦੇ ਆ, ਲੇਕਿਨ ਨਾਲ ਦੀ ਨਾਲ ਅੱਜ ਉਹਨਾਂ ਲਈ ਸੌਖਾ ਦਿਨ ਸੀ। ਉਹਨਾਂ ਦੀ ਘਰਵਾਲੀ ਮਹਾਰਾਣੀ ਪ੍ਰਨੀਤ ਕੌਰ ਨਾਲ ਖੜਨ ਦਾ ਦਮ ਭਰਦੇ ਨੇ। ਮੈਂ ਸਰਦਾਰ ਸਾਹਿਬ ਸਮਝਣ ਦਾ ਯਤਨ ਕਰੂੰਗਾ, ਜੇ ਕਾਂਗਰਸ ਦਾ ਕਲੇਸ਼ ਮੁੱਕਿਆ ਨਹੀਂ ਪੰਜਾਬ ਦੇ ਵਿੱਚ, ਤੁਸੀਂ ਬਹੁਤ ਸੋਹਣੀ ਸਮੀਖਿਆ ਕਰਦੇ ਹੋ, ਹਾਲਾਂਕਿ ਤੁਸੀਂ ਆਪ ਵੀ ਰਾਜਨੀਤੀ 'ਚ ਆ ਗਏ ਹੋ, ਤੁਹਾਡਾ ਮੰਚ ਤੇਜ਼ੀ ਨਾਲ ਅੱਗੇ ਵੱਧ ਰਿਹਾ, ਸਾਂਝਾ ਸੁਨਹਿਰਾ ਪੰਜਾਬ ਮੰਚ, ਉਹਦੇ ਲਈ ਤੁਹਾਨੂੰ ਮੁਬਾਰਕਬਾਦ। ਪਰ ਮੈਨੂੰ ਨਾਲ ਹੀ ਦੱਸਿਓ, ਤੁਸੀਂ ਕਿਸਾਨ ਆਗੂਆਂ ਨੂੰ ਵੀ ਮਿਲਦੇ ਰਹਿੰਦੇ ਹੋ, ਰਾਜਨੀਤਿਕ ਦ੍ਰਿਸ਼ ਨੂੰ ਘੋਖਦੇ ਰਹਿੰਦੇ ਹੋ, ਪੜਤਾਲਦੇ ਰਹਿੰਦੇ ਹੋ, ਪੰਜਾਬ ਕਿੱਧਰ ਨੂੰ ਜਾ ਰਿਹਾ? ਕਿਸਾਨੀ ਧਿਰ ਬਣੂਗੀ? ਕਿਸ ਤਰੀਕੇ ਨਾਲ ਰਵਾਇਤੀ ਪੋਲਿਟਿਕਸ ਤੋਂ ਸ਼ਿਫਟ ਹੋਊਗਾ ਧਿਆਨ ਨਵੀਂ ਤਰ੍ਹਾਂ ਦੀ ਸੋਚ ਵੱਲ? ਬਾਕੀ ਸਾਰੀਆਂ ਧਿਰਾਂ ਰਵਾਇਤ ਨਾਲ ਹੀ ਜੁੜ ਗਈਆਂ, ਆਮ ਆਦਮੀ ਪਾਰਟੀ ਵੀ ਉੱਥੇ ਹੀ ਖੜਾ। ਹੁਣ ਤੁਸੀਂ ਮੈਨੂੰ ਇਹ ਦੱਸਿਓ ਕਿ ਤੁਹਾਡੇ ਨਜ਼ਰੀਏ ਤੋਂ ਇਹ ਜਿਹੜਾ ਕਿਸਾਨੀ ਵਾਲਾ ਵਿੱਚ ਪੱਖ ਆ ਗਿਆ, ਇਹਦਾ ਪ੍ਰਭਾਵ ਕਿੰਨਾ ਰਹਿਣ ਵਾਲਾ? ਔਰ ਇਹਨੂੰ ਹੁਣ ਤੁਸੀਂ ਦੇਖ ਕਿਵੇਂ ਰਹੇ ਹੋ? ਜਦੋਂ ਇਹ ਜੇਤੂ ਅੰਦਾਜ਼ ਵਿੱਚ ਵਾਪਸ ਪਰਤਣਗੇ ਤਾਂ ਜੇਤੂ ਲੈ ਬਰਕਰਾਰ ਰੱਖ ਸਕਣਗੇ? ਸੋ 3 ਮੁੱਦੇ ਆ ਆਪਣੇ। ਸਾਰਿਆਂ ਤੋਂ ਪਹਿਲਾਂ ਤਾਂ ਕਿਸਾਨੀ ਦੀ ਗੱਲ ਕਰਦੇ ਆਂ। ਜਿਵੇਂ ਤੁਸੀਂ ਕਿਹਾ, ਅੱਜ ਕਾਨੂੰਨ ਜਿਹੜੇ 3 ਕਾਨੂੰਨ ਸੀ ਉਹ ਰੱਦ ਕਰ ਦਿੱਤੇ, ਪਰ ਉਹ ਦੇਖਣ ਵਾਲੀ ਗੱਲ ਇਹ ਹੈ ਕਿ ਜਿਵੇਂ ਬਣਾਏ ਸੀ ਧੱਕੇ ਨਾਲ, ਉਵੇਂ ਧੱਕੇ ਨਾਲ ਰੱਦ ਕਰਤੇ, ਕਿਉਂਕਿ ਕੋਈ ਪਾਰਲੀਮੈਂਟ ਦੇ ਵਿੱਚ ਬਹਿਸ ਨਹੀਂ ਹੋਈ, ਜੋ ਆਪੋਜੀਸ਼ਨ ਪਾਰਟੀਆਂ ਚਾਹ ਰਹੀਆਂ ਸੀਗੀਆਂ। ਕਿਉਂਕਿ ਬੀਜੇਪੀ ਸਮਝਿਆ ਹੋਣਾ ਉਹਨਾਂ ਨੇ ਕਿ ਉਹ ਸਾਰੇ ਕਹਿਣਗੇ ਬਣਾਏ ਕਿਸ ਲਈ ਸੀ, ਔਰ ਸਾਰੇ ਉਹਨਾਂ ਵੱਲ ਉਂਗਲੀਆਂ ਉਠਾ ਕੇ ਕਹਿਣਗੇ ਤੁਸੀਂ ਪਹਿਲਾਂ ਹੀ ਧੱਕੇ ਨਾਲ ਜਿਹੜੇ ਕਾਨੂੰਨ ਬਣਾਉਂਦੇ ਆ ਫਿਰ ਆਪੇ ਵਾਪਸ ਲੈਣੇ ਪੈਂਦੇ ਹੈ। ਤਾਂ ਉਹਨਾਂ ਨੇ ਬਿਹਤਰ ਇਹ ਸਮਝਿਆ ਕਿ ਧੱਕੇ ਨਾਲ ਹੀ ਚਲੋ ਇਹਨਾਂ ਨੂੰ ਰੱਦ ਕਰ ਦਿਓ ਤੇ ਇਹ ਗੱਲ ਅੱਗੇ ਨਾ ਵਧੇ। ਉਹ ਦੂਜੀ ਗੱਲ ਆਉਂਦੀ ਹੈ ਕਿ ਆਪਾਂ ਨੂੰ ਪਤਾ ਹੈ 4 ਤਰੀਕ ਨੂੰ ਇਹਨਾਂ ਦੀ ਬਹੁਤ ਅਹਿਮ ਮੀਟਿੰਗ ਹੈ। 29 ਨੂੰ ਜਿਹੜੇ ਇਹਨਾਂ ਨੇ ਟਰੈਕਟਰ ਰੈਲੀ ਕਰਨੀ ਸੀ ਉਹ ਇਹਨਾਂ ਨੇ ਮੁਲਤਵੀ ਕਰਤੀ, ਕਿਹਾ ਹਲੇ 4 ਦੇ ਬਾਅਦ ਕਰਾਂਗੇ। ਹੁਣ ਇਹਦੇ 'ਚ 2 ਤਰ੍ਹਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਆਪਾਂ ਨੂੰ। ਇੱਕ ਤਾਂ ਲੜਾਈ ਹੈਗੀ ਹੈ ਹਿੰਦੁਸਤਾਨ ਦੇ ਸਿੰਘਾਸਨ ਦੀ, ਜਿਹੜੀ ਲੜੀ ਜਾ ਰਹੀ ਹੈ ਯੂਪੀ 'ਚ, ਔਰ ਉਸੇ ਕਰਕੇ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਕਰਨਾ ਪਿਆ, ਕਿਉਂਕਿ ਮੈਨੂੰ ਲੱਗਦਾ ਇਹ ਹਰੇਕ ਮਹੀਨੇ ਕਰਵਾਉਂਦੇ ਰਹਿੰਦੇ ਨੇ ਆਪਣੀ ਪੋਲ ਵਗੈਰਾ।
ਇਹਨਾਂ ਨੇ ਇਹ ਦੇਖਿਆ ਹੋਣਾ ਹੈ ਕਿ ਇਹਨਾਂ ਦੀ ਸਰਕਾਰ ਕਾਫੀ ਥੱਲੇ ਗਿਰ ਗਈ ਹੈ ਯੂਪੀ 'ਚ, ਔਰ ਲਖੀਮਪੁਰ ਦੇ ਕਾਂਡ ਵਗੈਰਾ ਇਹੋ ਜਿਹਾ ਕੁਝ ਜਿਹੜਾ ਇਹਨਾਂ ਨੇ ਕੋਸ਼ਿਸ਼ ਕੀਤੀ ਉਹ ਕਮਿਊਨਲਾਈਜ਼ ਕਰਕੇ ਕਿ ਜਿਵੇਂ ਇਹ ਵੋਟਾਂ ਇਕੱਠੀਆਂ ਕਰਦੇ ਉਹਦਾ ਅਸਰ ਨਹੀਂ ਪੈ ਰਿਹਾ। ਜਿਹੜੇ ਕਿਸਾਨ ਇੱਧਰ ਜਾਟ ਤੇ ਮੁਸਲਮਾਨ ਇਕੱਠਾ ਹੋ ਗਿਆ ਵੈਸਟਰਨ ਯੂਪੀ 'ਚ, ਔਰ ਸਮਾਜਵਾਦੀ ਪਾਰਟੀ ਨਾਲ ਆਪਣੀ ਜਯੰਤ ਸਿੰਘ ਦੀ ਔਰ ਆਰਐਲਡੀ ਦੀ ਕੋਲੀਸ਼ਨ ਦਾ ਫੈਸਲਾ ਹੋ ਗਿਆ। ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਗੁਰਪੁਰਬ ਵਾਲੇ ਸਵੇਰ ਇਹ ਦੇਸ਼ ਨੂੰ ਦੱਸਿਆ ਕਿ ਜੀ ਮੈਂ ਇਹ ਵਾਪਸ ਲੈ ਰਿਹਾ ਕਾਨੂੰਨ। ਹੁਣ ਇਹ ਗੁਰਪੁਰਬ ਵਾਲੇ ਦਿਨ ਕਿਉਂ ਕੀਤਾ? ਇਹ ਮੁੱਦਾ ਕੋਈ ਕੱਲਾ ਸਿੱਖਾਂ ਦਾ ਤਾਂ ਸੀ ਨਹੀਂ, ਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਸੀ, ਹਰਿਆਣੇ ਦੇ ਕਿਸਾਨ ਜੁੜੇ ਹੋਏ ਆ, ਯੂਪੀ ਦੇ ਜੁੜ ਗਏ ਨੇ, ਔਰ ਹੁਣ ਜਿਵੇਂ ਤੁਸੀਂ ਦੇਖਿਆ ਹੋਣਾ ਤਕੈਤ ਸਾਹਿਬ ਅੰਮ੍ਰਿਤਸਰ ਹੋ ਕੇ ਮੁੰਬਈ ਜਾ ਰਹੇ ਨੇ, ਤਾਂ ਉਹ ਸਾਰੇ ਹਿੰਦੁਸਤਾਨ ਦੇ ਕਿਸਾਨ ਜੋੜ ਰਹੇ ਨੇ ਇਹਦੇ ਨਾਲ। ਤਾਂ ਇਸ ਲਈ ਬੀਜੇਪੀ ਲਈ ਸੰਕਟ ਇਹ ਬਣ ਗਿਆ ਕਿ ਇਹਨੂੰ ਜਲਦੀ ਪੰਜਾਬ ਦਾ ਬਣਾ ਕੇ ਪੰਜਾਬ ਵਾਲੇ ਧੜਿਆਂ ਨੂੰ ਪਿੱਛੇ ਲਾਈਏ ਸਾਰਿਆਂ ਤੋਂ ਪਹਿਲਾਂ, ਉਹਦੇ ਬਾਅਦ ਯੂਪੀ ਨੂੰ ਫਿਰ ਸਮਝਾਂਗੇ, ਕਹੀਏ ਕਿ ਇਹ ਅਲੱਗ-ਅਲੱਗ ਨੇ। ਦੇਖੋ ਕੋਸ਼ਿਸ਼ ਬੜੀ ਕੀਤੀ ਗਈ ਹੈ ਕਿ ਕਿਸੇ ਤਰੀਕੇ ਨਾਲ ਜਿਹੜੇ ਐਸਕੇਐਮ 'ਚ ਇਕੱਠੇ ਨੇ ਬੰਦੇ, ਇਹਨਾਂ ਨੂੰ ਕਿਵੇਂ ਤਰੇੜਾਂ ਪਾਈਏ, ਕਿਵੇਂ ਤੋੜਿਆ ਜਾਵੇ। ਕਈ ਤਰ੍ਹਾਂ ਦੇ ਇਹਨਾਂ ਨੇ ਮੁੱਦੇ ਉਠਾਏ। ਇੱਕ ਜਿਹੜਾ ਮੈਨੂੰ ਪਤਾ ਲੱਗਿਆ, ਇਹ ਵੀ ਸੁਝਾਅ ਇਹਨਾਂ ਨੇ ਦਿੱਤਾ ਕਿ ਅਸੀਂ ਐਮਐਸਪੀ ਕਰ ਦਿੰਦੇ ਹਾਂ, ਲੇਕਿਨ 5 ਕਿੱਲੇ ਤੋਂ ਘੱਟ ਕਿਸਾਨ ਜਿਹੜੇ ਹੈਗੇ ਜਿਹਨਾਂ ਕੋਲ 5 ਕਿੱਲੇ ਤੋਂ ਘੱਟ ਹੈ ਉਹਨਾਂ ਨੂੰ ਐਮਐਸਪੀ ਦੇਵਾਂਗੇ। ਤੇ ਉਹਦੇ ਤੇ ਵੀ ਉਹਦੇ 'ਚ ਹੋਇਆ ਕਿ ਛੋਟੇ ਦੇ ਵੱਡੇ ਕਿਸਾਨ ਨੂੰ ਆਪਸ 'ਚ ਤੋੜ ਲਈਏ। ਤਾਂ ਹਲੇ ਤਾਈਂ ਤਾਂ ਸਾਰੇ ਇਕੱਠੇ ਨੇ, ਇਸ ਗੱਲ ਨੂੰ ਨਹੀਂ ਮੰਨੇ। ਪਰ ਹੁਣ ਜਿਹੜੀ ਗੱਲ ਤੇ ਫਰਕ ਆ ਰਿਹਾ ਹੈ, ਤਕੈਤ ਸਾਹਿਬ ਕਹਿ ਰਹੇ ਨੇ ਕਿ ਕਾਨੂੰਨ ਰੱਦ ਹੋ ਗਏ, ਠੀਕ ਹੈ, ਲੇਕਿਨ ਐਮਐਸਪੀ ਵੀ ਕਰੋ, ਔਰ ਉਹਦੇ ਬਾਅਦ ਜਿਹੜੇ ਬਾਕੀ ਮੁੱਦੇ ਬਚਦੇ ਹੈ ਉਹ ਕਮੇਟੀ 'ਚ ਪਾਓ। ਸਰਕਾਰ ਇਹ ਚਾਹੁੰਦੀ ਹੈ ਕਿ ਐਮਐਸਪੀ ਨੂੰ ਵੀ ਕਮੇਟੀ 'ਚ ਪਾ ਦਈਏ। ਹੁਣ ਕੀ ਪੰਜਾਬ ਦੀਆਂ ਧਿਰਾਂ ਨੂੰ ਮੰਨਣਗੀਆਂ? ਇਹ ਬਹਿਸ ਹੋ ਰਹੀ ਹੈ, ਕਿਉਂਕਿ ਜਿਹੜੇ ਇਹ ਕਾਲੀ 'ਚ ਨੇ, ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੀ ਇਲੈਕਸ਼ਨ 'ਚ ਆ ਕੇ ਅਸੀਂ ਅੱਗੇ ਆਈਏ, ਉਹ ਚਾਹੁੰਦੇ ਆ ਕਿ ਜਲਦੀ ਨਾਲ ਅਸੀਂ ਦਿੱਲੀੋਂ ਕਿਸੇ ਬਹਾਨੇ ਹੁਣ ਆਪਣੀ ਜਿੱਤ ਪ੍ਰਕਾਸ਼ਿਤ ਕਰਕੇ ਉਹਦੇ ਬਾਅਦ ਪੰਜਾਬ ਜਾ ਕੇ ਫਿਰ ਇਹ ਚੱਲਦੀ ਰਹੂਗੀ। ਜਿਹੜੀ ਬਾਕੀ ਦੀ ਗੱਲ ਹੈ ਉਹਦੇ 'ਚ ਵੀ ਹੁਣ ਦੋ ਹੈ, ਕੁਛ ਤਾਂ ਉਗਰਾਹਾਂ ਸਾਹਿਬ ਹੈ, ਉਹ ਤਾਂ ਕਹਿੰਦੇ ਮੈਂ ਤਾਂ ਆਉਣਾ ਨਹੀਂ ਪੋਲਿਟਿਕਸ 'ਚ। ਗੁਰਨਾਮ ਸਿੰਘ ਚੜੂਨੀ ਨੇ, ਉਹ ਪਹਿਲਾਂ ਹੀ ਇੱਥੇ ਫਿਰਦੇ ਨੇ, ਭਾਵੇਂ ਵਾਪਸ ਆਉਣ ਕਿਸਾਨ ਜਾਂ ਨਾ ਆਉਣ, ਉਹ ਕਹਿੰਦੇ ਮੈਂ ਤਾਂ ਇਲੈਕਸ਼ਨ ਲੜਨੀ ਹੈ। ਹੁਣ ਬਚੇ ਵਿਚਲਾ ਧਿਰ ਜਿਹੜੇ ਸੈਂਟਰਿਸਟ ਨੇ, ਰਾਜੇਵਾਲ ਸਾਹਿਬ ਦੇ ਨਾਲ ਜੁੜੇ, ਉਹਦੇ 'ਚ ਵੀ ਲੱਖੇਵਾਲ ਸਾਹਿਬ ਦੀ ਆਵਾਜ਼ ਆ ਗਈ ਕਿ ਨਹੀਂ ਇਲੈਕਸ਼ਨ ਲੜਨੀ। ਸੋ ਕੌਣ ਹੋਣਗੇ ਜਿਹੜੇ ਲੜਨਾ ਚਾਹਣਗੇ? ਉਹ ਆਪਣੀ ਪਾਰਟੀ ਬਣਾਉਣਗੇ। ਪਾਰਟੀ ਬਣਾਉਣ ਦਾ ਤਾਂ ਸਮੇਂ ਬੜਾ ਘੱਟ ਬਚਿਆ, ਜੇ ਬਣਾਉਣਗੇ ਤਾਂ ਅਗਲੇ 1-2 ਦਿਨ 'ਚ ਅਰਜ਼ੀ ਦੇਣੀ ਪੈਣੀ ਹੈ, ਉਹ ਵੀ ਪਤਾ ਨਹੀਂ ਇੰਨੇ ਦਿਨਾਂ 'ਚ ਮਨਜ਼ੂਰ ਹੋ ਸਕਦੀ ਹੈ ਕਿ ਨਹੀਂ। ਇਸ ਕਰਕੇ ਗੱਲਬਾਤ ਇਹ ਚੱਲ ਰਹੀ ਹੈ ਕਿ ਸ਼ਾਇਦ ਰਾਜੇਵਾਲ ਸਾਹਿਬ ਕਿਸੇ ਪਾਰਟੀ 'ਚ ਚਲੇ ਜਾਣ। ਪਾਰਟੀ ਤਾਂ ਇੱਕੋ ਹੈ ਜਿੱਥੇ ਜਾ ਸਕਦੇ ਹੈ। ਉਹ ਵੀ ਗੱਲ ਚੱਲ ਰਹੀ ਹੈ ਕਿ ਸ਼ਾਇਦ ਆਪ 'ਚ ਨਾ ਚਲੇ ਜਾਣ। ਜੇ ਆਪ 'ਚ ਜਾਣਗੇ ਫਿਰ ਤਾਂ ਇੱਕ ਤਰ੍ਹਾਂ ਨਾਲ ਬਣੀ ਬਣਾਈ ਉਹਨਾਂ ਨੇ ਘੋੜੀ ਕੇਜਰੀਵਾਲ ਸਾਹਿਬ ਨੇ ਤਿਆਰ ਰੱਖੀ, ਅਬਦੁੱਲਾ ਬਣ ਕੇ ਚੜ ਜਾਓ ਘੋੜੀ ਤੇ, ਲੇਕਿਨ ਤੁਹਾਡੀ ਬਰਾਤ ਜਿਹੜੀ ਤੁਸੀਂ ਇਕੱਠੀ ਕੀਤੀ ਹੋਈ ਹੈ ਉਹਦਾ ਕੀ ਬਣੂਗਾ? ਉਹ ਤਾਂ ਸਾਰੀ ਆਪ ਦੇ ਵਿੱਚ ਨਹੀਂ ਨਾ ਜਾ ਸਕਦੀ। ਬਰਾਤੀ ਤਾਂ ਉੱਥੇ ਖੜੇ ਨੇ ਘੋੜੀ ਦੇ ਪਿੱਛੇ, ਤੁਸੀਂ ਆਪਣੀ ਬਰਾਤ ਲਿਜਾਓਗੇ, 2 ਬਰਾਤਾਂ ਇੱਕ ਘੋੜੀ ਦੇ ਪਿੱਛੇ ਕਿਵੇਂ ਹੋਣਗੀਆਂ? ਤਾਂ ਇਸ ਕਰਕੇ ਇਹਦੇ ਨਾਲ ਹਲਚਲ ਵੱਧ ਸਕਦੀ ਹੈ। ਤੇ ਕੀ ਇਹ ਫੈਸਲਾ ਲੈਣਗੇ, ਜਾਂ ਇਹ ਫੈਸਲਾ ਲੈਣਗੇ ਕਿਸੇ ਹੋਰ ਨੂੰ ਸਹਾਰਾ ਕਰੀਏ ਜਾਂ ਕੀ ਕਰੀਏ? ਤਾਂ ਇਹ ਅਗਲੇ 3-4 ਦਿਨ ਬਹੁਤ ਅਹਿਮ ਨੇ, ਜਿਹਦੇ 'ਚ ਇਹ ਪਤਾ ਲੱਗੇਗਾ ਕਿ ਕੀ ਜਿਹੜੀ ਜਿਵੇਂ ਕਹਿੰਦੇ ਹੈ ਸਿੱਖਾਂ ਦੀਆਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉੱਥੇ ਜਿੱਤ ਕਰਕੇ ਇਹ ਇਸ ਵੇਲੇ ਕਹਿਣ ਚਲੋ ਹੁਣ ਆਪਾਂ ਨੂੰ ਕੀ, ਆਪਾਂ ਪੰਜਾਬ ਦੀ ਆਪਣੀ ਲੜਾਈ ਜਿੱਤ ਲਈ। ਪਰ ਲੜਾਈ ਤਾਂ ਦਿੱਲੀ ਦੀ ਚੱਲ ਰਹੀ ਹੈ। ਜਦ ਤਾਈਂ ਮੋਦੀ ਸਾਹਿਬ ਦੇ ਸੰਘਾਸਨ ਨੂੰ ਤੁਸੀਂ ਨਹੀਂ ਹਿਲਾਉਂਦੇ ਤਾਂ ਇਹ ਕੋਈ ਤਬਦੀਲੀ ਪੰਜਾਬ 'ਚ ਵੱਡੀ ਨਹੀਂ ਆ ਸਕਦੀ। ਦਿੱਲੀ ਦੀ ਸਰਕਾਰ ਜਦ ਤਾਈਂ ਕਿਸਾਨਾਂ ਦੇ ਹਿੱਤ 'ਚ ਨਹੀਂ ਹੁੰਦੀ, ਇਹ ਸਰਕਾਰ ਨਹੀਂ ਜੇ ਉਹਨਾਂ ਦੇ ਹਿੱਤ 'ਚ, ਕਿਸਾਨਾਂ ਦੇ ਹਿੱਤ 'ਚ ਨਹੀਂ ਹੁੰਦੀ, ਭਾਵੇਂ ਮਾਫੀਆ ਮੰਗ ਲੈਣ, ਭਾਵੇਂ ਕਹਿਣ ਜੀ ਗਲਤੀ ਹੋ ਗਈ, ਸੌਰੀ ਜੀ, ਲੇਕਿਨ ਉਹ ਕੋਈ ਵੀ ਕਾਨੂੰਨ ਬਣਾਉਣਗੇ ਉਹ ਵੱਡੀ ਇੰਡਸਟਰੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਸੋਚ ਉਹੀ ਜੀ ਹੈ, ਉਹ WTO ਦੇ ਪ੍ਰੈਸ਼ਰ ਦੇ ਨੀਚੇ ਨੇ ਤੇ ਉਹ ਨਹੀਂ ਉੱਥੋਂ ਮੁੜਨ ਲੱਗੇ। ਉਹ ਲੜਾਈ ਲੜੀ ਜਾਣੀ ਹੈ ਯੂਪੀ 'ਚ। ਹੁਣ ਜੇ ਉਹਦੇ ਨਾਲ ਅਸੀਂ ਅਲੱਗ ਹੋ ਜਾਣੇ ਆ ਯੂਪੀ ਦੀ ਲੜਾਈ ਨਾਲੋਂ, ਤਾਂ ਜਿਹੜਾ ਬੰਦਾ ਜਿਹਨੇ ਇਹ ਅੰਦੋਲਨ 26 ਜਨਵਰੀ ਨੂੰ ਦੁਬਾਰਾ ਜਿਉਂਦਾ ਕੀਤਾ, ਉਹ ਤਾਂ ਮਰ ਗਿਆ ਸੀ ਅੰਦੋਲਨ, ਉਹਨੂੰ ਜਿਉਂਦਾ ਕਰਨ ਵਾਲਾ ਤਕੈਤ। ਹੁਣ ਤੁਸੀਂ ਕਿ ਤਕੈਤ ਨੂੰ ਛੱਡ ਕੇ ਆ ਜਾਓਗੇ ਜਾਂ ਉਹਦੀ ਹਾਂ ਛਾਂ ਮਿਲਾਓਗੇ? ਇਸ ਚੀਜ਼ ਤੇ ਇਹਨਾਂ ਨੂੰ ਨਿਰਣੇ ਕਰਨਾ ਪੈਣਾ। ਜਾਂ ਕੁਝ ਆ ਜਾਣਗੇ, ਜੇ ਬਾਕੀਆਂ ਕੁਝ ਆ ਕੇ ਜੇ ਰਾਜਨੀਤੀ 'ਚ ਆ ਜਾਂਦੇ ਹੈ, 5-6 ਆਵਾਜ਼ਾਂ ਵੀ ਉੱਠ ਪਈਆਂ, ਉਹ ਕਹਿਣ ਕਿ ਨਹੀਂ ਜੀ ਇਹ ਤਾਂ ਬੰਦੇ ਕੁਰਸੀ ਦੇ ਲਾਲਚ ਦੇ ਵਿੱਚ ਵਾਪਸ ਚਲੇ ਗਏ, ਸਾਡੀ ਲੜਾਈ ਬੰਦ ਨਹੀਂ ਹੋਈ, ਗੱਲ ਉੱਥੇ ਹੀ ਮੁੱਕ ਜਾਣੀ ਹੈ। ਜਿਹੜੇ ਜਿੱਥੇ ਵੀ ਜਾਓਗੇ ਜਿੱਤੀ ਹੋਈ ਬਾਜੀ ਤੁਸੀਂ ਹਾਰ ਜਾਣੀ ਹੈ। ਸੋ ਇਹ ਪ੍ਰਸ਼ਨ, ਇਹ ਬੜੇ ਸਿਆਣੇ ਨੇ ਲੀਡਰ, ਮੈਨੂੰ ਲੱਗਦਾ ਹੈ ਕਿ ਅਗਲੇ 2-4 ਦਿਨ 'ਚ ਇਹਨਾਂ ਨੂੰ ਇਹ ਪ੍ਰਸ਼ਨ ਸਾਰੇ ਇਹਨਾਂ ਦਾ ਉੱਤਰ ਲੱਭਣਾ ਪਏਗਾ। ਇਹ ਐਵੇਂ ਹੀ ਉੱਥੋਂ ਨਹੀਂ ਆ ਸਕਦੇ। ਪਿੰਡਾਂ ਵਾਲੇ ਵੀ ਪੁੱਛਣਗੇ, ਪੰਜਾਬ ਵੀ ਪੁੱਛੂਗਾ। ਸੰਘਰਸ਼ ਤਾਂ ਪੰਜਾਬ ਨੇ ਕੀਤਾ ਹੈ ਨਾ,
ਇਹ ਤਾਂ ਉੱਥੇ ਬੈਠੇ ਸੀਗੇ, ਚੰਗੀ ਗੱਲ ਹੈ, ਇਹ ਚਿਹਰੇ ਸੀਗੇ, ਲੇਕਿਨ ਹੂੰ। ਸੰਘਰਸ਼ ਤਾਂ ਹਰੇਕ ਪਿੰਡ ਚੋਂ ਗਿਆ ਹੈ ਬਦਲ ਕੇ। ਹੁਣ ਦੂਜੀ ਗੱਲ ਆਉਂਦੀ ਹੈ ਕਿ ਬਾਕੀ ਦੀ ਸਿਆਸਤ 'ਚ ਕੀ ਹੋ ਰਿਹਾ ਹੈ। ਦੇਖੋ ਸੁਣਨ 'ਚ ਆਇਆ ਹੈ ਕਿ ਮੈਨੂੰ ਆਪਾਂ ਦੂਜੀ ਸਿਆਸਤ ਚ ਆਉਣ ਤੋਂ ਪਹਿਲਾਂ ਇਹਨੂੰ ਪ੍ਰੋਪਰ ਐਡਰੈਸ ਕਰ ਲਈਏ। ਮੈਨੂੰ, ਕਿਉਂਕਿ ਤੁਹਾਡੀ ਸਮਝ ਵਿਸ਼ਾਲ ਹੈ, ਸਮਝਣ ਦਾ ਯਤਨ ਕਰੂੰਗਾ। ਮੈਨੂੰ ਇਹ ਸਮਝਾਇਓ ਕਿ ਇਸ ਵੇਲੇ ਜੇਕਰ ਇਹ ਲੋਕ ਉੱਥੋਂ ਨਹੀਂ ਵਾਪਸ ਆਉਂਦੇ, ਫਿਰ ਵੀ ਕਿਉਂਕਿ ਜਿੰਨਾ ਮੋਕਲਾ ਸੰਘਰਸ਼ ਹੋਇਆ, ਜਿਸ ਤਰੀਕੇ ਨਾਲ ਆਪਣੀ ਟਨਿਓਰ ਦੇ ਵਿੱਚ, ਮੇਰੇ ਖਿਆਲ 14 ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰੀ ਯੂ ਟਰਨ ਮਾਰਦੇ ਦੱਸਿਆ, ਪਹਿਲੀ ਵਾਰੀ ਉਹਨਾਂ ਨੇ ਆਪਣੀ ਕੀਤੀ ਹੋਈ ਗੱਲ ਵਾਪਸ ਲਈ ਆ। ਨੋਟਬੰਦੀ ਤੇ ਬਹੁਤ ਵੱਡਾ ਅੰਦੋਲਨ ਹੋਇਆ, ਰੌਲਾ ਪਿਆ, ਕਿੰਨੀਆਂ ਮੌਤਾਂ ਹੋ ਗਈਆਂ, ਉਹ ਟਸ ਤੋਂ ਮਸ ਨਹੀਂ ਹੋਏ। ਕਈ ਇਹੋ ਜਿਹੇ ਮਾਮਲੇ ਆ ਜਿੱਥੇ ਉਹਨਾਂ ਨੇ ਫੈਸਲਾ ਕਰਕੇ ਉਹਨੂੰ ਵਾਪਸ ਨਹੀਂ ਲਿਆ। ਪਰ ਤੁਹਾਨੂੰ ਲੱਗਦਾ ਕਿ ਏਡੀ ਵੱਡੀ ਲੜਾਈ ਤੋਂ ਬਾਅਦ ਕੋਈ ਧਿਰ, ਭਾਵੇਂ ਉਹ ਇਹੀ ਸਰਕਾਰ ਹੋਵੇ ਜਾਂ ਕੋਈ ਹੋਰ ਸਰਕਾਰ ਹੋਵੇ, ਉਹ ਕਿਸਾਨੀ ਨਾਲ ਮੱਥਾ ਨਹੀਂ ਲਾਊਗੀ, ਇਹ ਆਡਾ ਨਹੀਂ ਲਾ ਸਕਦੀ? ਤੁਹਾਨੂੰ ਲੱਗਦਾ ਕਿ ਇਸ ਲੜਾਈ ਨੂੰ ਲੰਬਾ ਖਿੱਚ ਕੇ ਕਮਜ਼ੋਰ ਪੈਣ ਵਾਲੀ ਗੱਲ ਆ? ਇੱਕ ਵਾਰੀ ਜਿੱਤ ਦੇ ਜਸ਼ਨ ਹੋ ਨਹੀਂ ਜਾਣੇ ਚਾਹੀਦੇ, ਇੱਕ ਵਾਰੀ ਇਸ ਜਿੱਤ ਨੂੰ ਮਨਾ ਲਿਆ ਜਾਣਾ ਚਾਹੀਦਾ, ਤੇ ਫਿਰ ਇੱਕ ਵਾਰੀ ਨਵੇਂ ਦਮ ਹੋ ਕੇ, ਨਵਾਂ ਸਾਹ ਲੈ ਕੇ, ਜੇ ਕੋਈ ਫਿਰ ਲੜਾਈ ਲੜਨੀ ਤਾਂ ਫਿਰ ਲੜ ਲਈ ਜਾਵੇ। ਇੱਕ ਵਾਰੀ ਸਾਨੂੰ ਇਸ ਲੜਾਈ ਤੋਂ ਬਾਅਦ ਆਪਣੇ ਆਪ ਨੂੰ ਜੋ ਲੈਣਾ ਚਾਹੀਦਾ, ਆਪਣੇ ਆਪ ਨੂੰ ਨਵੇਂ ਸਾਹ ਕਰ ਲੈਣਾ ਚਾਹੀਦਾ, ਤੇ ਫਿਰ ਮੈਨੂੰ ਲੱਗਦਾ ਉਹਦੇ ਲਈ ਆਪਣੇ ਘਰ ਆਉਣਾ ਬੜਾ ਜ਼ਰੂਰੀ ਹੁੰਦਾ। ਇੱਥੇ ਤੁਹਾਡੀ ਟਿੱਪਣੀ ਜ਼ਰੂਰ ਚਾਹੂੰਗਾ। ਹੁਣ ਕੋਈ ਵੀ ਸਰਕਾਰ ਕਿਸਾਨਾਂ ਨਾਲ ਫਾਹ ਨਹੀਂ ਲੈ ਸਕਦੀ, ਜੋ ਕਿਸਾਨਾਂ ਨੇ ਦਮ ਦਿਖਾਤਾ ਤੇ ਪੰਜਾਬੀਆਂ ਨੇ ਦਿਖਾਤਾ ਖਾਸ ਤੌਰ ਤੇ। ਰੰਧਾਵਾ ਸਾਹਿਬ, ਇੱਕ ਅੰਦੋਲਨ ਜੇ ਤੁਸੀਂ ਇੱਕ ਵਾਰ ਉਹਨੂੰ ਵਾਪਸ ਲੈ ਲਓ, ਇਹ ਦੇਖਿਆ ਆਜ਼ਾਦੀ ਤੋਂ ਪਹਿਲਾਂ ਵੀ ਇੰਜ ਹੀ ਹੋਇਆ ਸੀ। ਗਾਂਧੀ ਜੀ ਨੇ ਵਾਪਸ ਲੈ ਸੀ ਚੌੜਾ ਚਾਰਾ 'ਚ, ਜਦ ਪੁਲਿਸ ਵਾਲੇ ਮਾਰੇ ਗਏ, ਉਹਦੇ ਬਾਅਦ ਫਿਰ ਬੜਾ ਅਰਸਾ ਪੈ ਜਾਂਦਾ ਹੈ, ਉਹਨੂੰ ਦੁਬਾਰਾ ਖੜਾ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਲੇਕਿਨ ਦੂਜੀ ਗੱਲ ਇਹ ਹੈ ਕਿ ਇਹ ਜਿਹੜੀਆਂ ਦੋ ਆਵਾਜ਼ਾਂ, ਜੇ ਤਕੈਤ ਤੋਂ ਇੱਕ ਆਵਾਜ਼ ਆਏਗੀ ਔਰ ਤੁਸੀਂ ਕਹੋ ਨਹੀਂ ਅਸੀਂ ਤਾਂ ਬੜੇ ਇਹਦੇ ਨਾਲ ਸੰਤੁਸ਼ਟ ਹੈ ਜਿਹੜਾ ਪ੍ਰਧਾਨ ਮੰਤਰੀ ਨੇ ਕੀਤਾ, ਜਾਂ ਇਹ ਹੋ ਸਕਦਾ ਤੁਸੀਂ ਕਹੋ ਕਿ ਨਹੀਂ ਅਸੀਂ ਵੀ ਚਾਹੁੰਦੇ ਹਾਂ ਜੋ ਤਕੈਤ ਸਾਹਿਬ ਚਾਹੁੰਦੇ ਹੈ, ਹਾਂ ਅਸੀਂ ਸੜਕਾਂ ਖਾਲੀ ਕਰ ਦਿੰਨੇ ਆ, ਲੋਕਾਂ ਨੂੰ ਘਰੇ ਘਰ ਜਾਣ ਦਿੰਨੇ ਆ, ਲੇਕਿਨ ਉਹਦੇ ਨਾਲ ਹੀ ਜੁੜਦੀ ਗੱਲ ਆਉਂਦੀ ਹੈ ਕੀ ਤੁਸੀਂ ਪੋਲਿਟਿਕਸ ਚਾਹੋਗੇ? ਜੇ ਉਹਦੇ ਨਾਲ ਦੀ ਨਾਲ ਦੇਖੋ ਤਕੈਤ ਸਾਹਿਬ ਤਾਂ ਜਾ ਨਹੀਂ ਰਹੇ ਪੋਲਿਟਿਕਸ, ਉੱਥੇ ਤਾਂ ਉਹਨਾਂ ਨੇ ਛੱਡਿਆ ਹੋਇਆ ਆਰਐਲਡੀ ਤੇ, ਜਨ ਸਿੰਘ ਤੇ ਛੱਡਿਆ ਹੋਇਆ, ਜਾਂ ਤਾਂ ਇਹ ਵਾਪਸ ਆ ਜਾਣ, ਕਹਿਣ ਜੀ ਅਸੀਂ ਉਹ ਅੰਦੋਲਨ ਚਲਾਉਂਦੇ ਰਹਾਂਗੇ। ਉਗਰਾਹਾਂ ਸਾਹਿਬ ਤਾਂ ਕਹਿੰਦੇ ਮੈਂ ਤਾਂ ਜਾਣਾ ਨਹੀਂ ਪੋਲਿਟਿਕਸ 'ਚ, ਜ਼ਿਆਦਾ ਬੰਦੇ ਇਹ ਕਹਿ ਰਹੇ ਨੇ ਅਸੀਂ ਨਹੀਂ ਜਾਣਾ ਪੋਲਿਟਿਕਸ 'ਚ, ਅਸੀਂ ਬਾਹਰ ਬੈਠ ਕੇ ਲੜਾਈ ਲੜਨੀ ਹੈ। ਹੁਣ ਦੇਖਾਂਗੇ ਪੰਜਾਬ ਦੀ ਸਾਡੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਕਿਹੜੀ ਪਾਰਟੀ ਚੱਕਦੀ ਹੈ, ਇਹ ਲੜਾਈ ਇੰਜ ਵੀ ਲੜੀ ਜਾ ਸਕਦੀ ਹੈ। ਇਹ ਬੈਠਣ ਇਹ ਕਹਿੰਦੇ ਸਾਨੂੰ ਕੁਰਸੀ ਨਹੀਂ ਚਾਹੀਦੀ, ਅਸੀਂ ਤਾਂ ਮੁੱਦਿਆਂ ਤੇ ਲੜਾਈ ਲੜਨੀ ਆ। ਹੁਣ ਦੇਖਦੇ ਕਿਹੜੀ ਪਾਰਟੀ ਲੜਦੀ ਹੈ, ਸਾਡੀ ਪਾਰਟੀ ਕਿਸ ਗੱਲਾਂ ਤੇ ਲੜ ਰਹੀ ਹੈ, ਉਹ ਇੱਕ ਦੂਜੇ ਤੇ ਫੜ ਰਹੇ ਹੋ ਕਿ ਨਹੀਂ, ਅੱਜ ਇੱਕ ਬੰਦਾ ਫੜਿਆ ਜਾਊਗਾ ਕਿ ਨਹੀਂ, ਮੈਂ ਅਰੈਸਟ ਕਰਤਾ ਕਿਉਂਕਿ ਮੇਰੇ ਤੇ ਕੇਸ ਬਣ ਰਹੇ ਨੇ, ਇਹ ਕੋਈ ਮੁੱਦੇ ਨੇ? ਬਿਲਕੁਲ ਉਹ ਦੋ ਮੁੱਦੇ ਲੈ ਕੇ ਉਹਨੂੰ ਘੁਮਾਈ ਫਿਰੇ ਸਾਰੇ ਜਾਣੇ ਨੇ। ਅੱਛਾ, ਹੁਣ ਗੱਲ ਆਈ ਅਕਾਲੀ ਦਲ ਦੀ, ਜੋ ਮੇਰੇ ਸੁਣ ਚ ਆਇਆ ਹੈ ਇਹਨਾਂ ਨੇ ਜਿਹੜੀ PR ਕੰਪਨੀ, ਪਬਲਿਕ ਰਿਲੇਸ਼ਨਸ ਕੰਪਨੀ ਰੱਖੀ ਸੀ, ਜਿਹੜੀ ਉਹ ਤਮਿਲਨਾਡੂ ਚ, ਤੁਹਾਨੂੰ ਪਤਾ ਹੋਣਾ AIDMK ਨਾਲ ਲੱਗੇ ਸੀ, ਸ਼ਾਇਦ ਉਹ ਇਹਨਾਂ ਨਾਲ ਨਹੀਂ ਕੰਮ ਕਰ ਰਹੇ ਕਿਉਂਕਿ ਜਿਹੜਾ ਇਹਨਾਂ ਨੂੰ ਉਹਦਾ ਨਤੀਜਾ ਨਿਕਲਿਆ ਕੋਈ ਬਹੁਤਾ ਅੱਛਾ ਨਹੀਂ ਲੱਗਿਆ। ਇਹਨਾਂ ਦੀ ਕੋਈ ਜਿਹੜੇ ਪੋਲਸ ਕਰਾਉਂਦੇ ਆ ਉਹਦੇ ਚ ਇੰਨੀਆਂ ਵੱਧ ਸੀਟਾਂ ਨਹੀਂ ਆਈਆਂ, ਤੁਸੀਂ ਦੇਖਿਆ ABP ਦੇ ਪੋਲ ਚ ਵੀ ਥੱਲੇ ਸੀਗੇ ਸੁਖਬੀਰ ਸਿੰਘ ਬਾਦਲ, ਤੋਂ ਉਹ ਹੁਣ ਕਿਉਂ ਪ੍ਰਕਾਸ਼ ਸਿੰਘ ਬਾਦਲ, ਵੱਡੇ ਬਾਦਲ ਸਾਹਿਬ ਵੀ ਇੱਕਦਮ ਨਜ਼ਰ ਆਣੇ ਸ਼ੁਰੂ ਹੋਏ ਹੈ। ਇੱਕ ਦੋ ਬਿਆਨ ਉਹਨਾਂ ਨੇ ਦਿੱਤੇ ਨੇ ਪਬਲਿਕ ਚ ਆ ਕੇ, ਕੀ ਇਹਨਾਂ ਨੇ ਫੈਸਲਾ ਲਿਆ ਹੈ ਕਿ ਬਈ ਵੱਡੇ ਬਾਦਲ ਸਾਹਿਬ ਦੀ ਛਤਰ ਛਾਇਆ ਨੀਚੇ ਲੜਨਾ ਪੈਣਾ ਹੈ ਕਿਉਂਕਿ ਆਹ ਤਾਂ ਕਨੈਕਸ਼ਨ ਹੋ ਨਹੀਂ ਰਿਹਾ ਸੁਖਬੀਰ ਸਿੰਘ ਦਾ। ਦੂਜੀ ਗੱਲ ਆਉਂਦੀ ਹੈ ਕਿ ਹਾਂ ਹੁਣ ਤੁਹਾਨੂੰ ਵਾਪਸ ਆਪਣੀ, ਜਿਵੇਂ ਕਹਿੰਦੇ ਨਾ, ਆਪਣੀਆਂ ਜੜਾਂ ਤੇ ਵਾਪਸ ਜਾਣਾ ਪੈਣਾ। ਜੜਾਂ ਤਾਂ ਅਕਾਲੀ ਦਲ ਦੀਆਂ ਉਹੀ ਸੀਗੀਆਂ ਕਿ ਤੁਸੀਂ ਜੁੜੇ ਹੋਏ ਹੋ ਤਾਂ ਟਕਸਾਲੀ ਹੋ, ਤੁਸੀਂ ਬੇਸਿਕਲੀ ਦੀਨ ਮਜ਼ਹਬ ਧਰਮ ਨਾਲ ਜੁੜੇ ਹੋਏ ਹੋ। ਜੇ ਉਹਨੂੰ ਤੁਸੀਂ ਛੱਡ ਕੇ ਅਕਾਲੀ ਦਲ ਦੇ ਵਿੱਚ ਤੁਸੀਂ ਨੌਨ ਸਿੱਖ ਐਡਮਿਟ ਕਰਨੇ ਹੈ, ਦਾੜੀ ਕੱਟੇ ਹੋਏ ਐਡਮਿਟ ਕਰਨੇ ਹੈ, ਇਹਦਾ ਮਤਲਬ ਤੁਸੀਂ ਉਹਨੂੰ ਛੱਡਿਆ ਤਾਂ ਬੜਾ ਚਿਰ ਹੋ ਗਿਆ ਤੁਹਾਨੂੰ। ਹੁਣ ਇੱਕਦਮ ਤੁਸੀਂ ਉਹ ਜਥੇਦਾਰੀ ਪੋਲਿਟਿਕਸ 'ਚ ਕਿਵੇਂ ਚਲੇ ਜਾਓਗੇ ਵਾਪਸ? ਸਿਰਫ ਇੱਕ ਬੰਦਾ ਉੱਤੇ ਲਾ ਕੇ ਤਾਂ ਨਹੀਂ ਨਾ ਤੁਸੀਂ ਜਾ ਸਕਦੇ। ਉਹ ਬਦਲ ਦਿੱਤੀ ਹੈ ਸੁਖਬੀਰ ਸਿੰਘ ਨੇ, ਪੋਲਿਟਿਕਸ ਬਦਲਤੀ, ਉਹ ਪੁਰਾਣੀ ਪੋਲਿਟਿਕਸ ਤਾਂ ਲਈ ਨਹੀਂ। ਤੋ ਇਸ ਕਰਕੇ ਇਹਦੇ ਚੋਂ ਹੁਣ ਜੇ ਦੇਖੋ ਕਿ ਲੋਕ ਨਹੀਂ ਤੁਹਾਡੀ ਗੱਲ ਸੁਣ ਰਹੇ, ਤੁਸੀਂ ਕਹੋ ਜੀ ਨਹੀਂ ਇਸ ਤਾਂ ਉਵੇਂ ਹੀ ਕਰਾਂਗੇ ਜਿਵੇਂ ਪਹਿਲਾਂ, ਉਹ ਨਹੀਂ ਸੀ ਹੋ ਸਕਦਾ। ਹੁਣ ਕਈ ਵਾਰ ਇਹ ਹੁੰਦਾ ਕਿ ਦੋ ਸਟੂਲਾਂ ਦੇ ਵਿੱਚ ਤੁਸੀਂ ਦੋਨਾਂ ਦੇ ਵਿਚਾਰੇ ਗਿਲ ਜਾਂਦੇ ਹੋ, ਨਾ ਤਾਂ ਅਗਲੇ ਸਟੂਲ ਤੇ ਨਾ ਉਹਦੇ ਤੇ, ਅੱਧ ਵਿਚਾਲੇ ਨੇ ਇਹ। ਹੁਣ ਆਈ ਗੱਲ ਕੈਪਟਨ ਜੇ ਇਹ ਨਹੀਂ, ਇਹਦੇ ਚ ਇੱਕ ਚੀਜ਼ ਹੋਰ ਮੈਨੂੰ ਲੱਗਦਾ ਕਿ ਤੁਹਾਡੀ ਦਿੱਲੀ ਦੇ ਗਲਿਆਰਿਆਂ 'ਚ ਤੁਹਾਡਾ ਅਨੁਭਵ ਜ਼ਿਆਦਾ ਹੈ, ਔਰ ਇਹਨਾਂ ਦਿਨਾਂ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਤੁਸੀਂ ਨਹੀਂ ਜਲਾ ਕੇ ਤੱਕਿਆ। ਪਿਛਲੇ ਲਗਭਗ 10 ਸਾਲ ਦੇ ਵਿੱਚ ਜੋ ਵਾਪਰਿਆ, ਜਦੋਂ ਦੇ ਮੋਦੀ ਖਾਸ ਤੌਰ ਤੇ ਆਏ ਆ, ਜਦੋਂ ਦੇ ਚੋਣ ਰਣਨੀਤੀਕਾਰ ਆਏ ਆ,
ਮੈਨੂੰ ਉਹ ਵੀ ਸਮਝਾਉਂਦੇ ਜਾਇਓ ਕਿ ਜਿਹੜੇ ਕੁਝ ਸਰਵੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਨੰਬਰ 1 ਤੇ ਦਿਖਾਇਆ ਜਾਂਦਾ ਰਿਹਾ, ਔਰ ਹੁਣ ਵੀ ਦਿਖਾਇਆ ਜਾ ਰਿਹਾ, ਇੱਕ ਕੱਲ ਵੀ ਸ਼ਾਇਦ ਕੋਈ ਸਰਵੇ ਸੀਗਾ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਜਿੱਤ ਦਿਖਾਇਆ ਸੀ। ਔਰ ਖੇਤਰੀ ਪੱਧਰ ਤੇ ਜੇ ਦੇਖੋ ਤੁਸੀਂ, ਫੀਲਡ ਵਿੱਚ ਦੇਖੋ, ਜੇ ਗਰਾਊਂਡ ਰਿਐਲਿਟੀ ਦੇਖੋ, ਉਹਦੇ ਵਿੱਚ ਆਮ ਆਦਮੀ ਪਾਰਟੀ ਕੋ ਚਿਹਰਾ ਵੀ ਹੈ ਨਹੀਂ ਤੇ ਉਸ ਪੱਧਰ ਦਾ ਢਾਂਚਾ ਵੀ ਹੈ ਨਹੀਂ। ਔਰ ਪੰਜਾਬ ਦੇ ਲੋਕ ਸਮਝਦੇ ਆ ਕਿ ਇਹ ਹੁਣ ਤੀਜੇ ਨੰਬਰ ਤੇ ਆ, ਲੜਾਈ ਅਕਾਲੀ ਦਲ ਤੇ ਕਾਂਗਰਸ ਵਿੱਚ ਹੈ। ਲੇਕਿਨ ਜਿਹੜੇ ਸਰਵੇ ਨੇ ਉਹ ਕੁਝ ਹੋਰ ਦਿਖਾਉਂਦੇ ਆ। ਇਹ ਸਰਵੇ ਮੈਨੇਜ ਹੁੰਦੇ ਆ। ਸਰਵੇ ਦਾ ਜਿਹੜਾ ਸੈਂਪਲ ਕੀ ਹੁੰਦਾ ਹੈ, ਸਰਵੇ ਕਿਸ ਤਰੀਕੇ ਨਾਲ ਕੀਤੇ ਜਾਂਦੇ ਆ, ਮੈਨੂੰ ਇਹ ਵੀ ਸਮਝਾ ਦਿਓ, ਕਿਉਂਕਿ ਇਹ ਲੋਕਾਂ ਦੇ ਵਿੱਚ ਵੱਡੇ ਭਰਮ ਵੀ ਪੈਦਾ ਹੋ ਰਹੇ ਆ। ਜਾਂ ਜਿਹੜਾ ਖਾਸ ਤੌਰ ਤੇ ਮਾਲਵਾ ਪੱਟੀ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਆਧਾਰ ਸੀ, ਉਹਦੇ ਐਮਐਲਏ ਜਾਣ ਤੋਂ ਬਾਅਦ ਉਹ ਵੀ ਖੁਰਿਆ। ਫਿਰ ਇਹ ਸਰਵੇ ਔਰ ਗਰਾਊਂਡ ਰਿਐਲਿਟੀ 'ਚ ਇੰਨਾ ਫਰਕ ਕਿਵੇਂ ਆ? ਤੁਸੀਂ ਕੋਈ ਇਹਦੇ ਬਾਰੇ ਕਦੇ ਸੋਚਿਆ ਜਾਂ ਇਹਦੇ ਤੇ ਕੰਮ ਕੀਤਾ? ਦੇਖੋ, ਉਹਦੇ 'ਚ ਇਹ ਵੀ ਪੁੱਛਦੇ ਹੈ ਕਿ ਸਾਰਿਆਂ ਤੋਂ ਮਨੋਪਸੰਦ ਲੋਕਾਂ ਨੂੰ ਪਸੰਦ ਚਿਹਰਾ ਕਿਹੜਾ ਹੈਗਾ ਚੀਫ ਮਿਨਿਸਟਰ ਦਾ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਸੀਐਮ ਨਹੀਂ, ਤਾਂ ਉਹਨਾਂ ਦਾ ਨਾਂ ਕਿਉਂ ਪਾਉਂਦੇ ਆ ਪੋਲ ਦੇ ਵਿੱਚ? ਉਹਨਾਂ ਨੂੰ ਪਤਾ ਜੇ ਪੋਲ ਦੇ ਵਿੱਚ, ਦੇਖੋ ਪੋਲ ਦਾ ਆਮ ਕਿਹਾ ਜਾਂਦਾ ਹੈ, ਕੀ ਜਵਾਬ ਤੁਹਾਨੂੰ ਮਿਲੇਗਾ ਇਹ ਉਸ ਤੇ ਵੀ ਨਿਰਭਰ ਹੈ ਕੀ ਸਵਾਲ ਪੁੱਛਦੇ ਹੋ ਤੁਸੀਂ। ਜੇ ਸਵਾਲ ਪੁੱਛਣ ਵੇਲੇ ਕੇਜਰੀਵਾਲ ਦਾ ਚਿਹਰਾ ਵਿੱਚ ਪਾ ਰਹੇ ਹੋ, ਜਦ ਕੇਜਰੀਵਾਲ ਕਹਿ ਰਿਹਾ ਮੈਂ ਚਿਹਰਾ ਨਹੀਂ ਹੈ, ਤਾਂ ਆਪੇ ਥੋੜੀ ਪੋਲ ਉਲਟ ਪੁਲਟ ਹੋਊਗੀ, ਕਿਉਂਕਿ ਉਹ ਰੋਜ਼ ਨਜ਼ਰ ਆਉਂਦਾ ਹੈ। ਜੇ ਤੁਸੀਂ ਸਾਰੇ ਪੋਸਟਰ ਪੰਜਾਬ 'ਚ ਦੇਖੋ, ਪੰਜਾਬ ਨਾਲ ਕੇਜਰੀਵਾਲ, ਉਦੋਂ ਵੀ ਕੇਜਰੀਵਾਲ ਆਇਆ, ਕੇਜਰੀਵਾਲ ਵਾਅਦਾ ਕਰਦਾ ਹੈ। ਇਹ ਦੋ ਪੋਲੀਟੀਸ਼ੀਅਨ ਨੇ ਪੰਜਾਬ 'ਚ ਜਿਹੜੇ ਆਪਣੇ ਨਾਲ ਅੰਗਰੇਜ਼ੀ 'ਚ ਕਹਿੰਦੇ ਆ ਥਰਡ ਪਰਸਨ 'ਚ ਗੱਲ ਕਰਦੇ ਆ। ਕੇਜਰੀਵਾਲ ਆ ਕਰੂਗਾ, ਉਹ ਕਹਿੰਦੇ ਸਿੱਧੂ ਆ ਕਰੂਗਾ, ਸਿੱਧੂ ਹੀ ਕਹੀ ਜਾਊਗਾ ਸਿੱਧੂ ਆ ਕਰੂਗਾ। ਸੋ ਇਹ ਦੋਨੋਂ ਜਾਣੇ ਆਪਣੀ ਪਰਸਨੈਲਿਟੀ ਕਲਟ ਬਿਲਡ ਕਰਦੇ ਆ। ਉਹ ਆਪਣਾ ਹੀ ਨਾਂ ਥਰਡ ਪਰਸਨ ਲੈਂਦੇ, ਤੀਜਾ ਬੰਦਾ ਗੱਲ ਕਰ ਰਿਹਾ ਹੁੰਦਾ। ਤੋ ਇਸ ਕਰਕੇ ਇਹ ਪੋਲ ਵੋਲ ਤੁਸੀਂ ਛੱਡੋ। ਔਰ ਦੂਜੀ ਗੱਲ ਹੈ ਕਿ ਤਬਦੀਲੀ ਇੰਨੀ ਜਲਦੀ ਆ ਰਹੀ ਹੈ, ਕੁਛ ਨਾ ਕੁਛ ਨया ਘਾਟ ਹੋ ਜਾਂਦਾ ਹੈ 2 4 5 ਦਿਨ ਦੇ ਬਾਅਦ, ਕੋਈ ਅਦਲੀ ਬਦਲੀ ਹੁੰਦੀ ਹੈ। ਇਸ ਕਰਕੇ ਪਬਲਿਕ ਓਪੀਨੀਅਨ ਹਲੇ ਸੈਟਲ ਨਹੀਂ ਹੋਇਆ, ਹਲੇ ਤੈਅ ਨਹੀਂ ਬਣੀ ਉਹਦੀ। ਉਹ ਤੈਅ ਇਸ ਲਈ ਨਹੀਂ ਬਣੀ ਕਿਉਂਕਿ ਉਹ ਤਬਦੀਲੀ ਚਾਹੁੰਦੇ ਹੈ, ਤਬਦੀਲੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ। ਫਿਰ ਉਹ ਕਹਿੰਦੇ ਆ ਦੂਜੇ ਦੋਨਾਂ ਨਾਲੋਂ ਤਾਂ ਕਮ ਸੇ ਕਮ ਆਪ, ਚਲੋ ਹੋਰ ਨਹੀਂ ਸਹੀ ਤਾਂ ਆਪ ਸਹੀ। ਅੱਛਾ ਸਰ, ਇੱਕ ਗੱਲ ਸਾਹਮਣੇ ਆ ਗਈ ਹੁਣ ਤੁਹਾਡੇ ਤੋਂ, ਉਹ ਉਸ ਤੋਂ ਜ਼ਿਆਦਾ ਵਧੀਆ ਗੱਲ ਕੋਈ ਨਹੀਂ ਕਰ ਸਕਦਾ। ਮੈਨੂੰ ਇਹ ਸਮਝਾਇਓ, ਦੇਸ਼ ਦੀ ਰਾਜਨੀਤੀ ਤੇ ਤੁਸੀਂ ਬੜੀ ਪੈਨੀ ਨਜ਼ਰ ਰੱਖੀ ਆ ਦਹਾਕਿਆਂ ਤੋਂ, ਜਿਹੜਾ ਪ੍ਰਸ਼ਾਂਤ ਕਿਸ਼ੋਰ ਦਾ ਤਰੀਕਾਕਾਰ ਹੈ, ਜਿਵੇਂ ਉਹ ਰਾਹੁਲ ਗਾਂਧੀ ਨਾਲ ਵੀ ਮੀਟਿੰਗਾਂ ਕੀਤੀਆਂ ਔਰ ਉਸ ਤੋਂ ਬਾਅਦ ਉਹਨੇ ਇੱਕਦਮ ਬਾਹਰ ਨਿਕਲ ਕੇ ਕਹਿਤਾ ਕਿ ਭਾਜਪਾ ਦਹਾਕਿਆਂ ਤੱਕ ਕਿਤੇ ਨਹੀਂ ਜਾ ਰਹੀ, ਔਰ ਉਸੇ ਵੇਲੇ ਉਹ ਰਾਹੁਲ ਗਾਂਧੀ ਨੂੰ ਸ਼ੀਸ਼ਾ ਵਿਖਾਉਂਦਾ ਕਿ ਰਾਹੁਲ ਗਾਂਧੀ ਨੂੰ ਨਹੀਂ ਪਤਾ, ਕਿਉਂਕਿ ਮੋਦੀ ਛੱਡ ਦਿਓ ਤੁਸੀਂ ਭਾਵੇਂ, ਫਿਰ ਵੀ ਬੀਜੇਪੀ ਨਹੀਂ ਜਾ ਰਹੀ। ਉਸੇ ਵੇਲੇ ਥੋੜੀ ਦੇਰ ਬਾਅਦ ਉਹ ਮਮਤਾ ਬੈਨਰਜੀ ਦੇ ਮੇਘਾਲਿਆ ਦੇ ਵਿੱਚ 12 ਐਮਐਲਏ ਟੁੱਟ ਜਾਂਦੇ ਆ। ਉਸੇ ਵੇਲੇ ਗੋਆ ਦੇ ਵਿੱਚ ਲੋਕ ਟੁੱਟ ਕੇ ਚਲੇ ਜਾਂਦੇ, ਹਰਿਆਣਾ 'ਚ ਅਸ਼ੋਕ ਤੰਵਰ ਤ੍ਰਿਣਮੂਲ ਕਾਂਗਰਸ ਵਿੱਚ ਚਲੇ ਜਾਂਦੇ। ਇੰਜ ਲੱਗਣ ਲੱਗਦਾ ਜਿਵੇਂ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਇਹ ਆ ਕਿ ਮੋਦੀ ਔਰ ਰਾਹੁਲ ਗਾਂਧੀ ਦੇ ਸਮਾਨਾਂਤਰ ਇੱਕ ਤੀਜੀ ਧਿਰ ਉਸਾਰੀ ਜਾਵੇ, ਔਰ ਉਹ ਜਦੋਂ ਰਾਹੁਲ ਗਾਂਧੀ ਨਾਲ ਗੱਲਬਾਤ ਨਹੀਂ ਬਣਦੀ ਜਾਂ ਟੁੱਟ ਜਾਂਦੀ ਹੈ ਤੇ ਉਹ ਮਮਤਾ ਬੈਨਰਜੀ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਦੇ ਆ। ਹੁਣ ਇਹੀ ਪ੍ਰਸ਼ਾਂਤ ਕਿਸ਼ੋਰ ਕੇਜਰੀਵਾਲ ਨਾਲ ਪਿਛਲੀ ਇਲੈਕਸ਼ਨ 'ਚ ਕੰਮ ਕਰਕੇ ਗਏ ਆ। ਇਹੀ ਪ੍ਰਸ਼ਾਂਤ ਕਿਸ਼ੋਰ ਨਵਜੋਤ ਸਿੰਘ ਸਿੱਧੂ ਦੇ ਬੜੇ ਕਰੀਬੀ, ਅੱਜ ਕੱਲ ਉਹ ਕੈਪਟਨ ਨਾਲ ਤਾਂ ਨਹੀਂ ਖੜੇ ਹੋਏ ਲੇਕਿਨ ਨਵਜੋਤ ਸਿੰਘ ਸਿੱਧੂ ਦੇ ਬੜੇ ਕਰੀਬੀ। ਤੁਹਾਨੂੰ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਕਿਸੇ ਵੀ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਕੇਜਰੀਵਾਲ ਨਾਲ ਰਲਾ ਕੇ ਦੇਸ਼ ਵਿੱਚ ਬਣ ਰਹੇ ਤੀਜੇ ਬਦਲ ਨੂੰ, ਜਿਹੜਾ ਮੋਦੀ ਔਰ ਰਾਹੁਲ ਗਾਂਧੀ ਦੇ ਖਿਲਾਫ ਹੈ, ਉਹਦੇ ਵਿੱਚ ਇਹਨੂੰ ਅੱਗੇ ਵਧਾ ਸਕਦੇ ਆ? ਕੇਜਰੀਵਾਲ ਔਰ ਸਿੱਧੂ 'ਚ ਸਮਝੌਤਾ ਹੋ ਸਕਦਾ ਤੇ ਦੇਸ਼ ਦੀ ਰਾਜਨੀਤੀ ਨੂੰ ਸਿੱਧੂ ਨੂੰ ਵਰਤਣ ਲਈ ਪ੍ਰਸ਼ਾਂਤ ਕਿਸ਼ੋਰ ਕੋਈ ਗੇਮ ਚੱਲ ਸਕਦੇ? ਔਰ ਪ੍ਰਸ਼ਾਂਤ ਕਿਸ਼ੋਰ ਕੀ ਬੀਜੇਪੀ ਦੇ ਉਲਟ ਹੈਗੇ ਵੀ ਆ ਜਾਂ ਪ੍ਰਮੋਟ ਕੀਤੇ ਗਏ ਆ ਜਾਂ ਪਲਾਂਟ ਕੀਤੇ ਗਏ? ਰੰਧਾਵਾ ਸਾਹਿਬ, ਇੱਕ ਕਿਹਾ ਜਾਂਦਾ ਹਿੰਦੁਸਤਾਨ ਦੇ ਬਾਰੇ ਕਿਸੇ ਰਾਈਟਰ ਨੇ ਲਿਖਿਆ ਹੈ ਕਿ ਜਿਹੜੀ ਗੱਲ ਵੀ ਹਿੰਦੁਸਤਾਨ ਦੇ ਬਾਰੇ ਕਹੋ ਉਹ ਸੱਚ ਹੈ, ਉਦੋਂ ਉਲਟ ਵੀ ਸੱਚ ਹੈ। ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਦੇ ਬਾਰੇ ਕੁਝ ਵੀ ਹੋ ਸਕਦਾ ਹੈ। ਪਰ ਇੱਕ ਗੱਲ ਬਿਲਕੁਲ ਸੱਚ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਕਾਂਗਰਸ ਨਾਲ, ਕਿਉਂਕਿ ਉਹਨਾਂ ਨੇ ਉਹਨੂੰ ਬਾਗਡੋਰ ਨਹੀਂ ਫੜਾਈ। ਉਹ ਚਾਹੁੰਦਾ ਸੀ ਪਿਛਲੇ ਦਰਵਾਜ਼ੇ ਚੋਂ ਵੜ ਕੇ ਬਾਗਡੋਰ ਫੜ ਲਾਂ। ਡਰਾਈਵਰ ਆਇਆ, ਥੋੜੀ ਗੱਡੀ ਚਲਾਉਣ, ਉਹ ਕਹਿੰਦਾ ਜੀ ਮੈਂ ਆਪਣੇ ਘਰ ਹੀ ਖੜੀ ਕਰਦਾ ਇਹਨੂੰ, ਗੱਡੀ ਨੂੰ ਤੁਸੀਂ ਤਾਂ ਚਲਾਉਣ ਜਾਣਦੇ ਨਹੀਂ, ਫਿਰ ਜਦ ਤੁਹਾਨੂੰ ਚਾਹੀਦੀ ਹੋਣੀ ਤਾਂ ਮੈਨੂੰ ਫੋਨ ਕਰ ਦਿਆ ਕਰੋ, ਮੈਂ ਆ ਜਾ ਕਰੂੰਗਾ। ਐ ਥੋੜੀ ਗੱਡੀ ਦਿੰਦਾ ਕੋਈ ਆਪਣੀ। ਤਾਂ ਇਸ ਕਰਕੇ ਉਹ ਹੋ ਗਈ ਲੜਾਈ। ਉਹਦੇ ਚੋਂ ਹੁਣ ਉਹ ਮਮਤਾ ਨੂੰ, ਕਿਉਂਕਿ ਵੈਸਟ ਬੰਗਾਲ ਚੋਂ ਜਿਤਾਇਆ ਹੈ, ਉਹ ਸਮਝਦੇ ਆ ਕਿ ਮਮਤਾ ਨੂੰ ਬਿਲਡ ਕਰੀਏ। ਉਹ ਪ੍ਰਾਈਵੇਟਲੀ ਜੋ ਮੇਰੇ ਸੁਣਨ ਚ ਆਇਆ ਹੈ, ਉਹ ਕਹਿ ਰਹੇ ਅਸੀਂ 50 MP ਲੈ ਕੇ ਆਉਣੇ ਨੇ। 50 ਕਿੱਥੋਂ ਲੈ ਕੇ ਆਉਣੇ ਆ? ਵੈਸਟ ਬੰਗਾਲ ਚੋਂ ਤਾਂ ਜ਼ਿਆਦਾ ਤੋਂ ਜ਼ਿਆਦਾ 15-20 ਲੈ ਲੈਣਗੇ, ਗੋਆ ਚੋਂ 2 ਲੈ ਲੈਣਗੇ। ਕਿੱਥੋਂ ਆਣੇ ਆ? ਉਹਨਾਂ ਨੂੰ ਕੋਈ ਸੂਬੇ ਚਾਹੀਦੇ ਆ ਹੋਰ। ਪੰਜਾਬ ਵਰਗਾ ਸੂਬਾ ਤਾਂ ਨੈਚੁਰਲੀ ਉਹ ਸਮਝਦੇ 10-11 ਜਿੱਤ ਲਾਂਗੇ।
ਸੋ ਜੀ ਚਾਲ ਕੋਈ ਵੀ ਚੱਲਣਗੇ, ਧਨ ਹੈ ਉਹਨਾਂ ਕੋਲ, ਔਰ ਉਹ ਉਹਨਾਂ ਨੂੰ ਪਤਾ ਹੈ ਇੱਥੇ ਇਸ ਵੇਲੇ ਸੰਤੁਲਨ ਨਹੀਂ ਹੈ। ਬੰਦੇ ਬੜੇ ਇੱਛੁਕ ਨੇ ਚੀਫ ਮਿਨਿਸਟਰ ਬਣਨ ਦੇ, ਔਰ ਬੜੇ ਉਹ ਬੇਚੈਨ ਹੋਏ ਚੀਫ ਮਿਨਿਸਟਰ ਬਣਨ ਦੇ। ਇਹੋ ਜਿਹੇ ਮੌਕੇ ਕੋਈ ਵੀ ਬੰਦਾ ਆ ਕੇ ਤੁਹਾਨੂੰ ਕਾਬੂ ਕਰ ਸਕਦਾ ਹੈ, ਕਹੇ ਜੀ ਦੇਖੋ ਇੱਥੇ ਤਾਂ ਤੁਹਾਡਾ ਕੰਮ ਬਣ ਨਹੀਂ ਰਿਹਾ, ਬ੍ਰੇਕਾਂ ਲਾਤੀਆਂ ਚੰਨੀ ਸਾਹਿਬ ਨੇ ਤੁਹਾਨੂੰ, ਤੇ ਹੁਣ ਇੱਧਰ ਆਓ, ਥੋੜਾ ਰਸਤਾ ਖੋਲਦੇ ਆ। ਉਹ ਜਗਮੀਤ ਬਰਾੜ ਨੇ ਪਹਿਲਾਂ ਉਹ ਰਸਤੇ ਤੇ ਜਾ ਕੇ ਦੇਖਿਆ, ਕਿਉਂਕਿ ਪੰਜਾਬੀਆਂ ਨੂੰ ਪਤਾ ਹੈ ਜੇ ਉਹ ਬਾਗਡੋਰ ਦਿੱਲੀ ਦੀ ਪਾਰਟੀ ਨੂੰ ਨਹੀਂ ਫੜਾਉਣਾ ਚਾਹੁੰਦੇ, ਕਾਂਗਰਸ ਤੇ ਆਪ ਦੇ ਜਿਹੜੇ ਰਿਮੋਟ ਕੰਟਰੋਲ ਹੈ ਉਹ ਦਿੱਲੀ 'ਚ ਹੈ, ਦਿੱਲੀੋਂ ਉਹ ਕਲਕੱਤੇ ਕਿਉਂ ਭੇਜਣਗੇ? ਕਲਕੱਤੇ ਤੋਂ ਤਾਂ ਅੰਗਰੇਜ਼ ਦਿੱਲੀ ਆਇਆ, ਫਿਰ ਸਾਰੇ ਹਿੰਦੁਸਤਾਨ 'ਚ ਰਾਜ ਕੀਤਾ, ਉਹ ਕਲਕੱਤੇ ਵਾਲਿਆਂ ਨੂੰ ਕਲਕੱਤੇ ਹੀ ਰਹਿਣ ਦਿਓ, ਉਹ ਬਿਹਤਰ ਹੈ। ਤੋ ਇਸ ਕਰਕੇ ਪੰਜਾਬ ਨੂੰ ਚਾਹੀਦੀ ਹੈ ਇੱਥੋਂ ਦੇ ਰਾਜ ਕਰਨ ਵਾਲੇ, ਇੱਥੋਂ ਦੇ ਬੰਦੇ। ਇਹੀ ਚੀਜ਼ ਹੈ ਕਿਸਾਨਾਂ ਦੇ ਅੱਗੇ। ਆਸਾਨ ਤਾਂ ਇਹ ਹੋਊਗਾ ਕਿਸੇ ਪਾਰਟੀ 'ਚ ਜਾ ਵੜੋ, ਉੱਥੇ ਫਾਇਦਾ ਉਠਾ ਲਓ, ਲੇਕਿਨ ਇਹ ਨਹੀਂ ਪਤਾ ਜੇ ਸਾਰੇ ਤਾਂ ਇਕੱਠੇ ਹੋ ਕੇ ਜਾਣਗੇ ਨਹੀਂ। ਲੇਕਿਨ ਜੇ ਕੁਝ ਧਿਰਾਂ ਨੇ ਇਹ ਕਹਿਤਾ ਨਾ ਕਿ ਇਹ ਗੱਦੀ ਦੇ ਲਾਲਚ ਉੱਥੇ ਵੜੇ ਨੇ ਜਾ ਕੇ, ਤਾਂ ਉਦੋਂ ਹੀ ਮੁੱਕ ਜਾਣੀ ਹੈ ਗੱਲ। ਇਹ ਇੱਕ ਇੱਕ ਕਾਰਤੂਸ ਹੈ ਰੰਧਾਵਾ ਸਾਹਿਬ ਸਾਰਿਆਂ ਕੋਲ, ਤਿੱਤਰ ਉੱਡੇ ਹੋਏ ਨੇ, ਕਾਰਤੂਸ ਇੱਕ ਇੱਕ ਹੈ। ਸਿੱਧੂ ਕੋਲ ਵੀ ਇੱਕੋ ਹੀ ਕਾਰਤੂਸ ਹੈ, ਔਰ ਕਿਸਾਨਾਂ ਕੋਲ ਵੀ ਇੱਕੋ ਹੀ ਕਾਰਤੂਸ ਹੈ। ਚਲਾ ਲੈਣ, ਜਾਂ ਤਾਂ ਸ਼ਿਕਾਰ ਸਿੱਟ ਲਿਆ, ਜੇ ਨਹੀਂ ਸਿੱਟਿਆ ਉਹਦੇ ਬਾਅਦ ਖਤਮ ਹੈ, ਉਹਦੇ ਬਾਅਦ ਦੁਬਾਰਾ 5 ਸਾਲ ਬਾਅਦ ਉਹ ਕਾਰਤੂਸ ਨਹੀਂ ਹੋਣਾ। ਤੋ ਇਸ ਕਰਕੇ ਇਹ ਸੋਚਣ ਵਾਲੀਆਂ ਗੱਲਾਂ ਹੈ। ਚਲੋ ਸਿੱਧੂ ਤਾਂ ਫੇਰ ਵੀ ਚੱਲਦਾ ਰਹੇਗਾ, ਲੇਕਿਨ ਕਿਸਾਨਾਂ ਦੀ ਜਿਹੜੇ ਇਹਨਾਂ ਨੇ ਕਮਾਈ ਕੀਤੀ ਹੈ ਕਿਸਾਨੀ ਅੰਦੋਲਨ 'ਚ, ਉਹ ਤੁਸੀਂ ਜੇ ਇੱਕਦਮ ਹੀ ਜੂਏ ਤੇ ਲਾਤੀ, ਉਹ ਜਾ ਵੀ ਸਕਦੀ ਹੈ ਬਾਜੀ, ਉਹ 'ਚ ਆ ਵੀ ਸਕਦੀ ਹੈ, ਲੇਕਿਨ ਆਣ ਕਿਸ ਲਈ ਲਾਣੀ ਹੈ? ਤੁਸੀਂ ਪੰਜਾਬ ਨੂੰ ਤਬਦੀਲੀ ਲਿਆਉਣ ਲਈਏ। ਦੇਖੋ ਇਹ ਅੰਦੋਲਨ ਤਬਦੀਲੀ ਦੇ ਮੋੜ ਤੇ ਪੰਜਾਬ ਨੂੰ ਲੈ ਆਇਆ ਜੀ। ਜੇ ਇਹਨਾਂ ਨੇ ਉਹਨਾਂ ਹੀ ਚਾਚੇ ਮਾਮਿਆਂ ਨਾਲ ਗੱਲ ਕਰਨੀ ਹੈ ਜਿਹੜੇ ਇੱਥੇ ਪੰਜਾਬ ਨੂੰ ਇਸ ਖੂਹ 'ਚ ਸਿੱਟਿਆ ਜਿਨ੍ਹਾਂ ਨੇ, ਫਿਰ ਫਾਇਦਾ ਕੀ ਹੋਇਆ ਅੰਦੋਲਨ ਦਾ? ਤੇ ਇਹ ਚੀਜ਼ਾਂ ਤਾਂ ਇਹਨਾਂ ਨੂੰ ਸੋਚਣ ਵਾਲੀਆਂ, ਜਿਨ੍ਹਾਂ ਨੇ ਫੈਸਲੇ ਕਰਨੇ ਆ। ਆਣਾ ਹੀ ਹੈ ਤਾਂ ਇਹ ਇਕੱਠੇ ਹੋ ਕੇ ਸਾਹਮਣੇ ਆਉਣ, ਨਵੇਂ ਚਿਹਰੇ ਲੈ ਕੇ ਆਉਣ, ਨਵੀਆਂ ਨੀਤੀਆਂ ਲੈ ਕੇ ਆਉਣ। ਇਹ ਕਹਿਣ ਇਹ ਪੁਰਾਣੇ ਸਾਰੇ ਛੱਡੋ, ਅਸੀਂ ਇੱਕ ਵੀ ਨਹੀਂ ਲੈਣਾ ਪੁਰਾਣੇ ਬੰਦਿਆਂ ਚੋਂ ਜੀ। ਪੰਜਾਬ ਇਹਨਾਂ ਦੇ ਗਲ 'ਚ ਹਾਰ ਪਾਏਗਾ। ਲੇਕਿਨ ਜੇ ਇਹ ਡਰ ਗਏ ਇਹ ਸੋਚ ਕੇ ਕਿ ਚਲੋ ਸੌਖਾ ਹੈ, ਘੋੜਾ ਜਿਹੜਾ ਨੇੜੇ ਤਿਆਰ ਹੈ, ਬਰਾਤ ਵੀ ਤਿਆਰ ਹੈ, ਉੱਥੇ ਚੜ ਜਾਓ ਜਾ ਕੇ, ਉਹਦੇ ਨਾਲ ਥੋੜੇ ਦਿਨ ਚੱਲਣਗੇ ਇਹ, ਉਹ ਸ਼ਾਦੀ ਚੱਲਣ ਨਹੀਂ ਵਾਲੀ। ਜੇ ਉਹੀ ਜਿਹੀ ਸ਼ਾਦੀ ਕਰਨਗੇ ਤਾਂ ਦੂਰ ਅੰਦੇਸ਼ੀ ਨਾਲ ਚੱਲਣਗੇ। ਪਹਿਲਾਂ ਤਾਂ ਇਹ ਤਕੇਤ ਨਾਲੋਂ ਟੁੱਟ ਕੇ ਆਉਣ, ਹਿੰਦੁਸਤਾਨ ਦੇ ਸਿੰਘਾਸਨ ਦੀ ਲੜਾਈ ਨੂੰ ਛੱਡ ਕੇ ਆਉਣ, ਫਿਰ ਇਹ ਪੰਜਾਬ 'ਚ ਵੀ ਆ ਕੇ ਕੰਪਰੋਮਾਈਜ਼ ਜੇ ਕਰ ਲੈਣ ਅੱਧ ਵਿਚਾਲੇ ਉਹਨਾਂ ਸ਼ਕਤੀਆਂ ਨਾਲ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਜਿੱਥੇ ਪਹੁੰਚਾਇਆ ਹੈ, ਜਾਂ ਇਹ ਜੇ ਫੁਕਰਾ ਪੰਥ ਪੋਲੀਟੀਸ਼ੀਅਨ ਨਾਲ ਜਿਹੜੇ ਸਵੇਰੇ ਕੁਝ ਕਹਿੰਦੇ ਆ, ਰਾਤ ਨੂੰ ਕੁਝ ਕਹਿੰਦੇ ਆ, ਕੱਲ ਨੂੰ ਕਿੱਧਰ ਜਾਣਾ ਤੁਸੀਂ ਵੀ ਇਹ ਕਹਿ ਰਹੇ ਆ, ਪਤਾ ਨਹੀਂ ਪ੍ਰਸ਼ਾਂਤ ਕਿਸ਼ੋਰ ਤਾਂ ਨਹੀਂ ਇਹਨਾਂ ਨੂੰ ਚੱਕ ਕੇ ਲੈ ਜਾਏਗਾ। ਉਹ ਕਿਸ ਤਰ੍ਹਾਂ ਦਾ ਪੋਲੀਟੀਸ਼ੀਅਨ ਹੋਊਗਾ ਜਿਹਦੇ ਬਾਰੇ ਆਪਾਂ ਇਹ ਚਰਚਾ ਵੀ ਸੋਚ ਸਕਦੇ ਹਾਂ। ਪੰਜਾਬ ਇਹ ਨਹੀਂ ਚਾਹ ਰਿਹਾ, ਪੰਜਾਬ ਚਾਹ ਰਿਹਾ ਜਿਹੜਾ ਪੱਥਰ ਵਾਂਗੂ ਹੈ, ਮਾਊਂਟ ਐਵਰੈਸਟ ਵਾਂਗੂ ਖੜੇ ਹੋਣ ਬੰਦੇ, ਜਿਹੜੇ ਕਹਿੰਦੇ ਸੀ ਪੰਜਾਬ ਲਈ ਹੈ, ਸਾਨੂੰ ਕੋਈ ਖਰੀਦ ਨਹੀਂ ਸਕਦਾ, ਵੇਚੋ ਮਤ ਸਾਨੂੰ। ਕਹਿ ਸਕਦੇ ਹਾਂ ਅਸੀਂ ਕਿਸੇ ਬੰਦੇ ਦੇ, ਹਲੇ ਤਾਂ ਹੀ ਅਸੀਂ ਕਹਿ ਸਕਦੇ ਹਾਂ ਜਿਹੜੇ ਕਿਸਾਨ ਨੇਤਾ ਨੇ, ਜੇ ਉਸੇ ਤਰੀਕੇ ਨਾਲ ਉਹ ਬਣੇ ਰਹਿਣਗੇ ਤਾਂ ਉਹ ਇੱਕ ਲੀਡਰੀ ਭਾਵੇਂ ਆਪ ਨਾ ਲੈਣ, ਕਹਿਣ ਮੈਨੂੰ ਕੁਰਸੀ ਨਹੀਂ ਚਾਹੀਦੀ, ਮੈਂ ਸਿਰਫ ਪੰਜਾਬ 'ਚ ਚੰਗੀ ਸਰਕਾਰ ਲਿਆਉਣੀ ਹੈ। ਸਾਡੇ ਅੰਦੋਲਨ ਦਾ ਜੋ ਕੋਈ ਤੱਤ ਨਿਕਲ ਕੇ ਆਇਆ ਉਹ ਇਹ ਹੈ, ਅਸੀਂ ਪੰਜਾਬ ਨੂੰ ਮੋੜ ਤੇ ਲਿਆਏ ਹਾਂ। ਹੁਣ ਮੋੜ ਦੇ ਬਾਅਦ ਇਹਨੂੰ ਕਿਵੇਂ ਲੈ ਕੇ ਜਾਣਾ ਹੈ ਅੱਗੇ? ਨਹੀਂ, ਪਰ ਸਰਦਾਰ ਸਾਹਿਬ ਇੱਕ ਸਵਾਲ ਤੁਸੀਂ ਹੋਰ ਪਹਿਲਾਂ ਛੱਡ ਗਏ ਨਾ ਵਿੱਚ, ਤੁਸੀਂ ਇੱਕ ਸਵਾਲ ਖੁੱਲਾ ਛੱਡਤਾ ਲੋਕਾਂ ਲਈ ਕਿ ਜੇ ਇਹ ਆਉਂਦੇ ਨੇ ਤੇ ਇਹਨਾਂ ਕੋਲ ਸਮਾਂ ਬੜਾ ਥੋੜਾ, ਜੇ 2-4 ਦਿਨ ਦੇ ਵਿੱਚ ਪਾਰਟੀ ਰਜਿਸਟਰਡ ਕਰਾਉਣ ਲਈ ਨਾ ਤੁਰੇ ਤਾਂ ਸ਼ਾਇਦ ਚੋਣ ਕਮਿਸ਼ਨ ਸਮਾਂ ਲੰਘਣ ਕਰਕੇ ਇਹਨਾਂ ਨੂੰ ਉਸ ਤਰ੍ਹਾਂ ਦੀ ਪ੍ਰੋਵੀਜ਼ਨ ਵੀ ਨਾ ਦੇਵੇ ਜਾਂ ਹੋਵੇ ਨਾ। ਮੈਨੂੰ ਇਹ ਜ਼ਰੂਰ ਦੱਸਿਓ ਵੀ ਹੁਣ ਉਹ ਕਰਨ ਕੀ? ਜੇ ਪਾਰਟੀ ਬਣਾਉਣ ਤਾਂ ਮਰਦੇ ਆ, ਜੇ ਪਾਰਟੀ ਨਾ ਬਣਾਉਣ ਤੇ ਕਿਸੇ ਨਾਲ ਰਲਣਾ ਪੈਂਦਾ, ਉਹ ਕਰਨ ਕੀ? ਦੇਖੋ ਸੁਝਾਅ ਮੈਂ ਪਹਿਲੇ ਦਿਨੋਂ, ਜਦ ਮੇਰੀ ਕੁਝ 6 ਹਫ਼ਤੇ ਪਹਿਲਾਂ ਲਖੀਮਪੁਰ ਤੋਂ ਪਹਿਲਾਂ ਮੀਟਿੰਗ ਕੁਝ ਨੇਤਾ ਨਾਲ ਹੋਈ, ਅਸੀਂ ਉਹਨਾਂ ਨੂੰ ਇਹ ਸਵਾਲ ਕੀਤਾ, ਅਸੀਂ ਕਿਹਾ ਜੇ ਤੁਸੀਂ ਆਪਣਾ ਅੰਦੋਲਨ ਚੱਲਦੇ ਰੱਖਣਾ ਹੈ, ਤੁਸੀਂ ਆਪਣੇ ਬੰਦੇ ਦੇ ਦਿਓ, ਤੁਸੀਂ ਕਹੋ ਜੀ ਅਸੀਂ ਅੰਦੋਲਨ ਚੱਲਦੇ ਰਹਿਣਾ, ਅਸੀਂ ਨਹੀਂ ਅੱਗੇ ਆਣਾ, ਤੁਹਾਡੀ ਕੁਰਸੀ ਖਾਲੀ ਰੱਖ ਲਾਂਗੇ ਯਾਰ, ਲੜਾਈ ਕੁਰਸੀ ਦੀ ਨਹੀਂ ਹੈ, ਕੁਰਸੀਆਂ ਖਾਲੀ ਰੱਖ ਲਾਂਗੇ, ਭਰ ਲਿਓ ਆ ਕੇ। ਲੇਕਿਨ ਅੰਦੋਲਨ ਨੂੰ ਜਲਦਬਾਜ਼ੀ 'ਚ ਛੱਡ ਕੇ ਨਾ ਆਓ, ਤੁਸੀਂ ਆਪਣੇ ਚੰਗੇ ਚਿਹਰੇ ਲੱਭ ਕੇ ਕਹੋ ਚੰਗਾ ਭਾਈ ਤੁਸੀਂ ਸਾਡੇ ਲਈ ਤਿਆਰ ਕਰੋ ਕੰਮ, ਤੁਸੀਂ ਜਲਦੀ ਕਰੋ ਕੋਈ ਚੀਜ਼, ਅਸੀਂ ਆਪਣੇ ਬੰਦੇ ਦੇ ਦਾਂਗੇ। ਸਾਰੇ ਤਾਂ ਇਹਨਾਂ ਨੇ ਨਾ 117 ਚਾਹੀਦੀਆਂ ਤੁਹਾਨੂੰ ਸੀਟਾਂ, ਇਹ ਆਪਣੇ ਦੇ ਦੇਣ 20-30 ਬੰਦੇ, ਚੰਗੇ ਬੰਦੇ ਕੱਢ ਕੇ ਦੇਣ। ਬੀਬੀਆਂ ਬਾਹਰ ਨਿਕਲ ਆਈਆਂ, 20-30 ਬੀਬੀਆਂ ਨੂੰ ਦੇਣੇ ਚਾਹੀਦੇ ਟਿਕਟ, ਕਈ ਮੈਨੂੰ ਮਿਲਣ ਆਈਆਂ। ਮੈਨੂੰ ਹੈਰਾਨੀ ਹੋਈ ਰੰਧਾਵਾ ਸਾਹਿਬ,
ਵਿਚਾਰੀ ਆਈ ਕਿਰਨ, ਉਹ ਫਾਦਰ ਨੇ ਸੁਸਾਈਡ ਕੀਤਾ, ਗ੍ਰੈਂਡਫਾਦਰ ਨੇ ਸੁਸਾਈਡ ਕੀਤਾ। ਉਹਨੇ ਮੈਨੂੰ ਦੱਸਿਆ 600 ਪਿੰਡਾਂ 'ਚ ਉਹਦੇ ਵਰਗੀਆਂ ਕੁੜੀਆਂ ਤੇ ਜਨਾਨੀਆਂ ਨੇ ਆਪਣਾ ਇੱਕ ਗਰੁੱਪ ਬਣਾ ਲਿਆ, 600 ਪਿੰਡਾਂ 'ਚ ਉਹ ਜੁੜੀਆਂ ਹੋਈਆਂ। ਉਹਨਾਂ ਦਾ ਚਿਹਰਾ ਕੋਈ ਸਾਹਮਣੇ ਨਹੀਂ ਲਿਆਉਂਦਾ। ਫਿਰ ਮਿਲਣ ਆਈ ਵਿਚਾਰੀ ਰਮਨਦੀਪ, ਉਹਦੇ ਹਸਬੈਂਡ ਓਵਰਡੋਜ਼ ਨਾਲ ਮਰਿਆ। ਉਹ ਬੜੇ ਪਿੰਡਾਂ 'ਚ ਉਹਨਾਂ ਨੇ ਆਪਣਾ ਗਰੁੱਪ ਬਣਾਇਆ ਹੋਇਆ। ਮੈਂ ਕਿਹਾ ਇਹੋ ਜਿਹੇ ਬੰਦਿਆਂ ਨੂੰ ਅੱਗੇ ਲਿਆਓ, ਇਹਨਾਂ ਨੂੰ ਇਲੈਕਸ਼ਨ ਲੜਾਓ, ਇਹਨਾਂ ਨੂੰ ਮੂਹਰੇ ਲੈ ਕੇ ਆਓ, ਤੇ ਇਹਨਾਂ ਨੂੰ ਪਤਾ ਹੈ ਕਿਸਾਨ ਨੇਤਾ ਨੂੰ ਇਹੋ ਜਿਹੇ ਬੀਬੀਆਂ ਮੁੰਡੇ ਉਹ ਅੰਦੋਲਨ ਕਰਕੇ ਨਿਕਲ ਕੇ ਆਏ ਹੋਏ ਆ ਪਿੰਡਾਂ 'ਚੋਂ, ਅਦਰਵਾਇਜ਼ ਸਾਨੂੰ ਇਹਨਾਂ ਦਾ ਪਤਾ ਹੀ ਨਹੀਂ ਸੀ। ਇਹ ਭਵਿੱਖ ਹੈ ਪੰਜਾਬ ਦਾ। ਸਾਡਾ ਤਾਂ ਟਾਈਮ ਹੁਣ 5-7 ਸਾਲ ਬਚੇ ਨੇ, ਅਸੀਂ ਇਹ ਇੱਕ ਪੁਲ ਬਣ ਸਕਦੇ ਹਾਂ ਇਹਨਾਂ ਲਈ। ਪੁਲ ਬਣ ਕੇ ਪੰਜਾਬ ਦਾ ਭਵਿੱਖ ਜਿਹੜਾ ਉਹ ਬੱਚਿਆਂ ਦੇ ਹੱਥ ਹੈ। ਜੇ ਅਸੀਂ ਉਹ ਚੰਗੇ ਬੱਚਿਆਂ ਨੂੰ ਹੁਣ ਅੱਗੇ ਨਹੀਂ ਲੈ ਕੇ ਆਵਾਂਗੇ ਤਾਂ ਫਿਰ ਕਿਵੇਂ ਪੰਜਾਬ ਅੱਗੇ ਵਧੇਗਾ? ਅਸੀਂ ਕਿੰਨਾ ਚਿਰ ਚਲਾਈ ਜਾਵਾਂਗੇ ਜੇ ਅਸੀਂ ਸਾਡੇ ਹੱਥ ਵੀ ਹੋ ਜਾਏਗਾ, ਸਾਡੇ ਵਰਗਿਆਂ ਨੇ ਖਰਾਬ ਕੀਤਾ। ਤਾਂ ਇਸ ਕਰਕੇ ਇਹ ਮੋੜ ਤੇ ਹੈ ਪੰਜਾਬ, ਇਹ ਸੋਚਣਾ ਚਾਹੀਦਾ ਇਹਨਾਂ ਨੂੰ ਇਸ ਟਾਈਮ। ਆਖਰੀ ਗੱਲ, ਕੈਪਟਨ ਅਮਰਿੰਦਰ ਸਿੰਘ ਦੀ ਕੋਈ ਸਿਆਸਤ ਬਚੀ ਆ? ਅੱਜ ਉਹਨਾਂ ਦੀ ਧਰਮ ਸੁਪਤਨੀ ਪ੍ਰਨੀਤ ਕੌਰ ਨੇ ਸਾਫ਼ ਕਰਤਾ ਹੈ ਕਿ ਮੈਂ ਆਪਣੇ ਪਤੀ ਨਾਲ ਆ। ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ, ਲੇਕਿਨ ਉਹਨਾਂ ਨੇ ਉਹਦਾ ਜਵਾਬ ਦਿੱਤੇ ਬਿਨਾ ਜਾਂ ਅਜੇ ਉਹਦੇ ਬਾਰੇ ਅਸਮੰਜਸ ਹੈ ਕਿ ਦਿੱਤਾ ਕਿ ਨਹੀਂ, ਇੱਕ ਸਾਫ਼ ਕਰਤੀ ਆ ਸੋਸ਼ਲ ਮੀਡੀਆ ਤੇ ਕੈਪਟਨ ਫਾਰ 2022 ਕੈਪਟਨ ਨਾਲ ਖੜੇ ਨੇ ਪ੍ਰਨੀਤ ਕੌਰ। ਪਹਿਲਾਂ ਤਾਂ ਸਿੱਧੂ ਇਹ ਵੀ ਕਹਿੰਦੇ ਰਹੇ ਕਿ ਤੁਹਾਡੀ ਤਾਂ ਘਰ ਵਾਲੀ ਵੀ ਤੁਹਾਡੇ ਨਾਲ ਨਹੀਂ। ਹੁਣ ਮੈਨੂੰ ਦੱਸੋ ਕਿ ਕੀ ਕੈਪਟਨ ਦੀ ਕੋਈ ਸਿਆਸਤ ਬਚੀ? ਆਖਰੀ ਸਵਾਲ। ਨਹੀਂ ਦੇਖੋ, ਇਹ ਤਾਂ ਮੈਂ ਇੱਕ ਪਾਸੇ ਮੈਂ ਸਮਝਦਾ ਕਾਂਗਰਸ ਵਾਲਿਆਂ ਨੇ ਇਹਨਾਂ ਨੂੰ ਮਜਬੂਰ ਕੀਤਾ, ਕਿਉਂਕਿ ਇਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੇ ਔਰ ਕਾਂਗਰਸ ਪਾਰਟੀ ਨੇ ਉਹਨਾਂ ਦੇ ਮੇਅਰ ਤੇ ਉੱਥੇ ਧਾਵਾ ਬੋਲਿਆ ਕਿ ਇਹਨੂੰ ਕੱਢ ਦੇਣਾ, ਤੇ ਲੜਾਈ ਹੋਈ ਪਟਿਆਲੇ ਦੇ ਮੇਅਰ ਤੋਂ। ਤੇ ਉਹਨਾਂ ਨੇ ਕਿਹਾ ਕਿ ਜੀ ਮੇਅਰ ਤੋਂ ਹੀ ਪਤਾ ਲੱਗ ਜਾਊਗਾ ਕਿ ਕੈਪਟਨ ਸਾਹਿਬ ਦੇ ਜੇ ਮੋਤੀ ਬਾਗ ਦੇ ਆਸ-ਪਾਸ ਹੀ ਇਹਨਾਂ ਦੀ ਸਪੋਰਟ ਨਹੀਂ ਹੈ ਤੇ ਪੰਜਾਬ ਤੇ ਕਿੱਥੇ ਹੈ। ਤੇ ਉਹ ਲੜਾਈ ਇਹਨਾਂ ਨੂੰ ਕਰਨੀ ਪਈ। ਲੇਕਿਨ ਉਹਦੇ ਵਿੱਚ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਪੰਜਾਬ ਪੁਲਿਸ ਨੇ ਕੀਤੀ, ਮੈਂ ਸਮਝਦਾ ਇਹ ਬੜੀ ਸ਼ਰਮ ਵਾਲੀ ਗੱਲ ਹੈ। ਦੇਖੋ, ਫਾਰਮਰ ਚੀਫ ਮਿਨਿਸਟਰ ਹੈ, ਉੱਥੇ ਖੜਾ ਉਹਦੇ ਸਾਹਮਣੇ ਹੋ ਸਕਦਾ ਉਹਨੇ ਵੀ ਇਹੀ ਕੁਝ ਕੀਤਾ ਹੋਵੇ, ਲੇਕਿਨ ਉਹ ਕਹਿੰਦੇ ਦੋ ਬੁਰੀਆਂ ਗੱਲਾਂ ਨਾਲ ਇੱਕ ਚੰਗੀ ਗੱਲ ਨਹੀਂ ਬਣਦੀ। ਤੋ ਇਸ ਕਰਕੇ ਜਿਹੜਾ ਜਿਹਾ ਧੱਕਾ ਪੰਜਾਬ ਪੁਲਿਸ ਨੇ ਉੱਥੇ ਕੀਤਾ, ਇਹ ਚੰਨੀ ਸਾਹਿਬ ਦੀ ਮਾੜੀ ਗੱਲ ਹੈ। ਕੱਲ ਨੂੰ ਜੇ ਉਹਨਾਂ ਨਾਲ ਹੋਈ ਹੋਵੇ, ਇਹ ਬਦਲ ਜਾਣ, ਉਹਦੇ ਬਾਅਦ ਚੰਨੀ ਸਾਹਿਬ ਖੜੇ ਰਹਿਣ ਖਰੜ 'ਚ, ਇਹਨਾਂ ਨਾਲ ਵੀ ਆਹੀ ਕੁਝ ਹੋਵੇ ਤਾਂ ਕੀ ਸਮਝਣਗੇ ਇਹ? ਇੱਕ ਕੁਝ ਲਾਲ ਲਖੀਰਾਂ ਹੁੰਦੀਆਂ ਜਿਹਨੂੰ ਕਿਸੇ ਵੀ ਹੁਕਮਰਾਨ ਨੂੰ ਪਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਦੇ ਨਾਲ ਕਨਵੈਨਸ਼ਨਸ ਹੁੰਦੀਆਂ, ਟ੍ਰੈਡੀਸ਼ਨਸ ਹੁੰਦੀਆਂ। ਜੇ ਤੁਸੀਂ ਉਹ ਰਵਾਇਤਾਂ ਤੋੜ ਦੋਗੇ, ਕੱਲ ਨੂੰ ਵੀ ਤੁਹਾਡੇ ਤੇ ਉਹੀ ਕੁਝ ਹੋਊਗਾ, ਲੋਕਤੰਤਰ ਨਹੀਂ ਚੱਲ ਸਕਦਾ। ਤੋ ਇਸ ਕਰਕੇ ਮੇਰੇ ਖਿਆਲ ਪ੍ਰਨੀਤ ਕੌਰ ਜੀ ਤਾਂ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਉਹਨਾਂ ਦੇ ਨਾਲ ਨਹੀਂ ਜਾਣਗੇ ਤਾਂ ਕਿੱਧਰ ਜਾਣਗੇ? ਫਿਰ ਫੈਮਿਲੀ 'ਚ ਤਰੇੜ ਪੈ ਜਾਏਗੀ। ਤਾਂ ਇਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਕਿ ਉਹਨਾਂ ਨੇ ਆਪਣੇ ਪਤੀ ਨਾਲ ਜਾਣਾ ਜਾਂ ਕਿਹਦੇ ਨਾਲ ਨਹੀਂ ਜਾਣਾ। ਲੇਕਿਨ ਧੱਕੇਸ਼ਾਹੀ ਜਿਹੀ ਪੰਜਾਬ ਸਰਕਾਰ ਨੇ ਕੀਤੀ ਹੈ ਪਟਿਆਲੇ 'ਚ, ਉਹ ਬਿਲਕੁਲ ਨਿੰਦਾਨਾਇਕ ਹੈ। ਇਹੀ ਜੀ ਚੀਜ਼, ਇਹੀ ਜੀ ਪੰਜਾਬ ਦਾ ਇਸਤੇਮਾਲ, ਗੱਲਾਂ ਵੱਡੀਆਂ ਕਰੋ ਤੁਸੀਂ, ਬੱਚਿਆਂ ਨੂੰ ਝੋਟੇ ਦਵਾਓ ਹੈਲੀਕਾਪਟਰਾਂ 'ਚ, ਲੇਕਿਨ ਇਹ ਥੱਲੇ ਜ਼ਮੀਨ ਤੇ ਤੁਸੀਂ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਪੁਲਿਸ ਦਾ। ਨਹੀਂ ਤੁਸੀਂ ਤਬਦੀਲੀ ਕੀ ਲਿਆਂਦੀ ਹੈ? ਬਿਲਕੁਲ ਸਰਦਾਰ ਸਾਹਿਬ, ਕਾਫੀ ਮਸਲੇ ਤੁਸੀਂ ਬੜੇ ਸਟੀਕ ਢੰਗ ਨਾਲ ਐਡਰੈਸ ਕੀਤੇ ਆ। ਬਹੁਤ ਮਿਹਰਬਾਨੀ, ਅਰਸੇ ਬਾਅਦ ਮਿਲੇ ਆ, ਜਲਦੀ ਮਿਲਦੇ ਰਵਾਂਗੇ। ਤੁਸੀਂ ਕੰਪੇਨ ਬੜੀ ਵਧੀਆ ਚਲਾ ਰਹੇ ਹੋ ਔਰ ਇਨਸ਼ਾਅੱਲਾ ਅਰਦਾਸ ਹੈ ਕਿ ਤੁਹਾਨੂੰ ਕਾਮਯਾਬੀ ਮਿਲੇ। ਕੁਝ ਚੰਗੇ ਲੋਕ ਪੰਜਾਬ ਦੀ ਤਕਦੀਰ ਸੁਧਾਰਨ ਲਈ ਤੁਹਾਡੇ ਨਾਲ ਹੋਰ ਜੁੜਨ। ਕਾਫੀ ਲੋਕ ਜੁੜ ਰਹੇ ਆ ਤੇ ਅਸੀਂ ਵੀ ਕਵਾਂਗੇ ਕਿ ਇਸ ਤਰ੍ਹਾਂ ਦੇ ਕਾਫਲੇ ਅੱਗੇ ਵਧਣੇ ਚਾਹੀਦੇ ਆ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ। ਸਤਿ ਸ਼੍ਰੀ ਅਕਾਲ।